परम सन्मानयोग जुगो जुग अटल चवर छतर तखत दे मालक। दसां पातशाहियां दी जोत साहिब सतगुरु श्री गुरु ग्रंथ साहिब पातशाह जी दी पावन हजूरी अंदर सुभाएमान बहुत ही वडभागी गुरसिख सतसंगी जनों। सतगुरां दी अपार मेहरामत दे सदका मीरी पीरी दे मालक दल भंजन गुर सूरमा वड जोधा बो परोपकारी बंदी छोड़ दाते साहिब सतगुरु श्री गुरु हरगोबिंद साहिब महाराज जी दे 400 साला बंदी छोड़ ਨੂੰ ਸਮਰਪਿਤ ਜੋ ਪ੍ਰਬੰਧਕਾਂ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਮਾਲਕ ਦੇ ਚਰਨਾਂ ਵਿੱਚ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ, ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ ਦਸ਼ਮੇਸ਼ ਨਗਰ, ਉਹਨਾਂ ਦੇ ਕਵੀਸ਼ਰੀ ਜਥੇ ਪਾਸੋਂ ਆਪ ਜੀ ਨੇ ਗੁਰ ਇਤਿਹਾਸ ਸਰਵਣ ਕੀਤਾ ਹੈ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਪਿਆਰ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਤੋਂ ਬਿਨਾ ਜੀਵਨ ਯਾਤਰਾ ਅਧੂਰੀ ਹੀ ਨਹੀਂ ਬਲਕਿ ਅਸੰਭਵ ਵੀ ਹੈ, ਕਿਉਂਕਿ ਧਰਮ ਮਨੁੱਖ ਦਾ ਮਾਰਗ ਦਰਸ਼ਨ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਧਰਮ ਮਨੁੱਖਤਾ ਨੂੰ ਬਖਸ਼ਿਸ਼ ਕੀਤਾ ਹੈ, ਉਹਦਾ ਬੇਸ, ਉਹਦਾ ਆਧਾਰ ਸਤਿਗੁਰਾਂ ਨੇ ਸੱਚ ਮੰਨਿਆ ਔਰ ਨਾਲ ਸਪਸ਼ਟ ਵੀ ਕੀਤਾ, ਏਕੋ ਧਰਮ ਦ੍ਰਿੜੈ ਸੱਚ ਕੋਈ। ਜਿਹੜਾ ਵੀ ਸੱਚ ਧਰਮ 'ਤੇ ਤੁਰਦਾ ਉਹਦੇ ਸਾਹਮਣੇ ਕੂੜ ਦੇ ਜਿਹੜੇ ਧਾਰਨੀ ਨੇ ਹਮੇਸ਼ਾ ਇਕੱਲਿਆਂ ਜਾਂ ਜਥੇਬੰਦਕ ਰੂਪ ਦੇ ਵਿੱਚ ਉਹਨਾਂ ਨੇ ਆ ਕੇ ਵਿਰੋਧ ਕੀਤਾ, ਕਿਉਂਕਿ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵਈ। ਆਖਰ ਗੁਰ ਇਤਿਹਾਸ ਨੂੰ ਪੜ੍ਹੀਏ, ਸਿੱਖ ਇਤਿਹਾਸ ਨੂੰ ਪੜ੍ਹੀਏ ਤੇ ਇੰਨੀਆਂ ਸ਼ਹਾਦਤਾਂ, ਇੰਨੇ ਕੈਦਖਾਨੇ, ਇੰਨੀਆਂ ਫਾਂਸੀਆਂ ਜਾਂ ਤੋਪਾਂ ਤੇ ਟੈਂਕਾਂ ਦੇ ਗੋਲੇ, ਗੋਲੀਆਂ ਦੀ ਵਾਛੜ, ਇਹਦਾ ਕਾਰਨ ਇੱਕੋ ਹੀ ਹੈ ਕਿ ਜਿਨ੍ਹਾਂ ਨੂੰ ਸੱਚ ਧਰਮ ਨਹੀਂ ਭਾਉਂਦਾ ਉਹਨਾਂ ਨੇ ਸਮੇਂ-ਸਮੇਂ ਯਤਨ ਕੀਤਾ। ਬਾਬਰ ਦਾ ਯਤਨ ਸੀ ਕਿ ਇਸ ਸੱਚ ਧਰਮ ਨੂੰ ਹਵਾਲਾਤ ਵਿੱਚ ਕੈਦ ਕੀਤਾ ਜਾਵੇ। ਜਹਾਂਗੀਰ ਦਾ ਯਤਨ ਸੀ ਕਿ ਜੇ ਹਵਾਲਾਤ ਵਿੱਚ ਕੈਦ ਕੀਤਿਆਂ ਸੱਚ ਧਰਮ ਬਰਕਰਾਰ ਰਿਹਾ, ਇਸ ਸੱਚ ਨੂੰ ਤਤੀ ਤਵੀ 'ਤੇ ਬਿਠਾਇਆ ਜਾਵੇ, ਦੇਗ ਵਿੱਚ ਉਬਾਲਿਆ ਜਾਵੇ, ਸੀਸ ਵਿੱਚ ਰੇਤਾ ਪਾਈ ਜਾਵੇ, ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਜਾਵੇ। ਇੰਜ ਕਹਿ ਲਈਏ ਕਿ ਕਦੇ ਔਰੰਗਜ਼ੇਬ ਦਾ ਚਾਂਦਨੀ ਚੌਂਕ ਤੇ ਕਦੇ ਠੰਡਾ ਬੁਰਜ। ਗੁਰੂ ਜੋਤ ਦਾ ਜਿਹੜਾ ਇਤਿਹਾਸ ਹੈ, ਇਹ ਬਟਾਲੇ ਦੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ, ਬਾਬਰ ਦੀ ਹਵਾਲਾਤ ਤੋਂ ਲੈ ਕੇ ਠੰਡੇ ਬੁਰਜ ਦੀ ਕੈਦ ਤੱਕ ਦਾ ਸਫ਼ਰ ਹੈ। ਇਸੇ ਲੜੀ ਦੇ ਦੌਰਾਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਗਿਆ। ਇਤਿਹਾਸ ਤੁਸੀਂ ਹੁਣੇ ਹੀ ਕਵੀਸ਼ਰੀ ਜਥੇ ਪਾਸੋਂ ਸਰਵਣ ਕੀਤਾ। ਮੈਂ ਯਤਨ ਕਰਾਂਗਾ ਕਿ ਨਾਲ ਦੀ ਨਾਲ ਸੰਖੇਪ ਇਤਿਹਾਸ ਵੀ ਸੁਣਾਇਆ ਜਾਵੇ ਔਰ ਜੋ ਗੁਰੂ ਘਰ ਦਾ ਸਿਧਾਂਤ ਹੈ ਕਿ ਸਤਿਗੁਰੂ ਦੀ ਜਿੱਥੇ ਪਰਿਭਾਸ਼ਾ ਬਖਸ਼ਿਸ਼ ਕੀਤੀ ਗਈ ਹੈ, ਸਤਿ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ,
ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਉੱਥੇ ਗੁਰੂ ਦੇ ਜਿਹੜੇ ਪਰ ਉਪਕਾਰ ਨੇ, ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਲਾਇਆ। ਤਥਾ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਣਾ। ਸਤਿਗੁਰੂ ਆਪਣੀ ਸ਼ਰਨ ਵਿੱਚ ਆਏ ਹੋਏ ਜਗਿਆਸੂ ਨੂੰ, ਚਾਹੇ ਉਹ ਸਿੱਖ ਹੈ ਤੇ ਚਾਹੇ ਉਹ ਸ਼ਰਧਾਲੂ ਦੇ ਰੂਪ ਵਿੱਚ ਆਉਂਦਾ ਹੈ, ਗਰੀਬ ਨਵਾਜ ਜਿੱਥੇ ਬੰਧਨ ਕੱਟ ਕੇ ਜੀਵਨ ਮੁਕਤ ਅਵਸਥਾ ਸਾਨੂੰ ਬਖਸ਼ਿਸ਼ ਕਰਦੇ ਨੇ, ਉੱਥੇ ਦੁਨਿਆਵੀ ਤੌਰ 'ਤੇ ਵੀ ਜਿੰਨੇ ਬੰਧਨ ਨੇ, ਜਦੋਂ ਜੁੜ ਕੇ ਪਰਮੇਸ਼ਰ ਅੱਗੇ, ਸਤਿਗੁਰੂ ਦੇ ਅੱਗੇ ਫਰਿਆਦ ਕੀਤੀ ਜਾਵੇ, ਪਰਮੇਸ਼ਰ ਅਤੇ ਸਤਿਗੁਰੂ ਦੁਨਿਆਵੀ ਬੰਧਨਾਂ ਤੋਂ ਵੀ ਸਾਨੂੰ ਮੁਕਤੀ ਬਖਸ਼ਿਸ਼ ਕਰਦੇ ਨੇ। ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਵੱਲ ਤੁਰਨ ਲੱਗੇ ਸਨ, ਪਤਾ ਸੀ ਮੇਰੇ ਗਰੀਬ ਨਵਾਜ ਜੀ ਨੂੰ ਕਿ ਜਿਹੜਾ ਸੱਚ ਧਰਮ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਸੱਚ ਧਰਮ ਦੀ ਅਜ਼ਮਤ ਨੂੰ ਬੁਲੰਦ ਰੱਖਣ ਵਾਸਤੇ ਹੁਣ ਸਾਡਾ ਸੀਸ ਲੱਗਣਾ ਹੈ। ਸਾਨੂੰ ਸ਼ਹਾਦਤ ਦੇਣੀ ਪੈਣੀ ਹੈ, ਤੱਤੀ ਤਵੀ 'ਤੇ ਬੈਠਣਾ ਪੈਣਾ ਹੈ। ਗਰੀਬ ਨਵਾਜ ਜੀ ਨੇ ਤੁਰਨ ਲੱਗਿਆਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਇਤਾਦਿਕ ਜੋ ਸਿੱਖ ਸੰਗਤਾਂ ਸਨ, ਇੱਕ ਤੇ ਜੋ ਕੁਝ ਲਾਹੌਰ ਦੀ ਧਰਤੀ 'ਤੇ ਵਾਪਰਨਾ ਸੀ, ਉਹਦੇ ਬਾਰੇ ਮੇਰੇ ਗਰੀਬ ਨਵਾਜ ਜੀ ਨੇ ਸੁਚੇਤ ਕੀਤਾ ਤੇ ਦੂਸਰਾ ਹੁਕਮ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਅਗਵਾਈ ਵਿੱਚ ਤੁਸੀਂ ਚੱਲਣਾ ਹੈ। ਸਮੇਂ ਨੂੰ ਮੁੱਖ ਰੱਖਦਿਆਂ ਜੇ ਕੁਝ ਸਮਾਂ ਦੁਆਬੇ ਦੀ ਧਰਤੀ 'ਤੇ ਵੀ ਜਾਣਾ ਪਵੇ ਤੇ ਚਲੇ ਜਾਣਾ। ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਂਹ ਪਕੜਾਈ। ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨਿਸ਼ਚਾ ਹੈ ਆਇਆ। ਅਸਾਂ ਹੋਇਆ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਤ। ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਛੁੱਟੇਗਾ ਸ਼ਰੀਰ ਸੰਸਾ ਨਹੀਂ ਕੋਏ। ਰਜਾਏ ਖੁਦਾਵੰਦ ਦੀ ਇਸੇ ਤਰ੍ਹਾਂ ਹੋਏ। ਕਿਉਂਕਿ ਜਦੋਂ ਸੱਚ ਧਰਮ ਦਾ ਮਾਰਗ ਜੀਵਨ ਵਿੱਚ ਧਾਰਨ ਕਰੀਏ ਤੇ ਸੱਚ ਦੇ ਮਾਰਗ 'ਤੇ ਤੁਰਨ ਲੱਗਿਆਂ ਇਹ ਔਕੜਾਂ, ਇਹ ਕਠਿਨਾਈਆਂ ਆਉਣੀਆਂ ਕੋਈ ਅਤ ਕਥਨੀ ਨਹੀਂ। ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜਿੱਥੇ ਜਹਾਂਗੀਰ ਬਾਦਸ਼ਾਹ ਨੇ ਹੁਕਮ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ, ਕਿਉਂਕਿ ਉਹਦੇ ਸਲਾਹਕਾਰ ਸ਼ੇਖ ਅਹਿਮਦ ਸਰਹੰਦੀ ਵਰਗੇ, ਸ਼ੇਖ ਬੁਖਾਰੀ ਵਰਗੇ, ਜਿਨ੍ਹਾਂ ਨੂੰ ਮੁਰਤਜ਼ਾ ਖਾਨ ਦਾ ਲਕਬ ਵੀ ਦਿੱਤਾ ਗਿਆ। ਮੁਰਤਜ਼ਾ ਖਾਨ ਦਾ ਮਤਲਬ ਹੈ ਵੀ ਜਿਹਦੇ ਤੋਂ ਜਿਹੜੀ ਆਸ ਰੱਖੀ ਜਾਵੇ ਉਹ ਆਸ ਪੂਰੀ ਕਰ ਦੇਵੇ। ਨਾਮ ਉਹਦਾ ਸ਼ੇਖ ਬੁਖਾਰੀ ਸੀ ਤੇ ਮੁਰਤਜ਼ਾ ਖਾਨ ਉਹਦਾ ਲਕਬ ਸੀ ਵੀ ਜਿਹਦੇ ਤੋਂ ਜਿਹੜੀ ਆਸ ਰੱਖੀ ਹੈ ਉਹਨੇ ਉਹ ਕੰਮ ਕਰ ਦਿੱਤਾ। ਤੇ ਤੀਸਰਾ, ਸਾਡੇ ਸਮਾਜ ਵਿੱਚ ਉਹ ਧਿਰ ਜਿਹੜੇ ਸਾਡੇ ਇਸ ਦੇਸ਼ ਦੇ ਰਹਿਣ ਵਾਲੇ ਸਨ ਤੇ ਸਰਕਾਰੇ ਦਰਬਾਰੇ ਆਪਣੀ ਚੌਧਰਤਾ ਨੂੰ ਕਾਇਮ ਰੱਖਣ ਵਾਸਤੇ ਉਹ ਆਪਣੇ ਹੀ ਹਿੰਦੂ ਭਰਾਵਾਂ 'ਤੇ ਜ਼ੁਲਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਚੰਦੂ ਦਾ ਜ਼ਿਕਰ ਹੈ, ਭਗਵਾਨ ਦਾਸ ਘੇਰੜ ਦਾ ਜ਼ਿਕਰ ਹੈ, ਸੁੱਚਾਨੰਦ ਦਾ ਜ਼ਿਕਰ ਹੈ, ਤੇ ਬਾਅਦ ਵਿੱਚ ਜਸਪਤ ਰਾਏ ਵਰਗੇ, ਲਖਪਤ ਰਾਏ ਵਰਗੇ, ਜਿਨ੍ਹਾਂ ਨੇ ਤਹੱਈਆ ਕੀਤਾ ਕਿ ਅਸੀਂ ਸਿੱਖਾਂ ਦਾ ਨਾਮੋ ਨਿਸ਼ਾਨ ਮੇਟ ਦੇਣਾ। ਜਿੱਥੇ ਮੁਗਲ ਬਾਦਸ਼ਾਹ ਹਮਲਾਵਰ ਬਣ ਕੇ ਆਉਂਦੇ ਰਹੇ, ਜਿੱਥੇ ਗੁਰ ਇਤਿਹਾਸ ਪੈਰਲਲ ਚੱਲਦਾ ਹੈ, ਉੱਥੇ ਤੀਸਰੀ ਧਿਰ ਭਾਰਤ ਦੇ ਰਹਿਣ ਵਾਲੇ ਉਹ ਖੱਤਰੀ ਸਨ ਜਿਨ੍ਹਾਂ ਬਾਰੇ ਗੁਰਬਾਣੀ ਨੇ ਸਪਸ਼ਟ ਕੀਤਾ ਹੈ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ,
ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਜਿਹੜੇ ਬ੍ਰਾਹਮਣ ਦਾ ਸਤਿਕਾਰ ਕਰਦੇ ਸਨ, ਗਊ ਦੀ ਪੂਜਾ ਕਰਦੇ ਸਨ, ਪਰ ਸਰਕਾਰੇ ਦਰਬਾਰੇ ਆਪਣੀ ਚੌਧਰਤਾ ਨੂੰ ਕਾਇਮ ਰੱਖਣ ਵਾਸਤੇ ਗਊ 'ਤੇ ਵੀ ਟੈਕਸ ਲਾਉਂਦੇ ਸਨ ਅਤੇ ਬ੍ਰਾਹਮਣ 'ਤੇ ਵੀ ਟੈਕਸ ਲਾਉਂਦੇ ਸਨ। ਆਸਾ ਜੀ ਦੀ ਵਾਰ ਵਿੱਚ ਅਸੀਂ ਸਰਵਣ ਕਰਦੇ ਹਾਂ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ। ਜਿਨ੍ਹਾਂ ਦੀ ਹਾਲਤ ਬਣ ਚੁੱਕੀ ਸੀ ਕਿ ਅੰਤਰ ਪੂਜਾ ਪੜ੍ਹੈ ਕਤੇਬਾਂ, ਸੰਜਮ ਤੁਰਕਾਂ ਭਾਈ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਚੰਦੂ ਦੀਵਾਨ ਜਿਹੜਾ ਇੱਕ ਪਾਸੇ ਤਾਂ ਇਹ ਚਾਹੁੰਦਾ ਸੀ ਕਿ ਮੇਰੀ ਕੰਨਿਆ ਦਾ ਰਿਸ਼ਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੋਣਹਾਰ ਸੁਪੁੱਤਰ ਬਾਲਕ ਹਰਗੋਬਿੰਦ ਜੀ ਨਾਲ ਹੋ ਜਾਵੇ, ਅਤੇ ਦੂਸਰੇ ਪਾਸੇ ਮਨ ਦੇ ਵਿੱਚ ਜਿਹੜੀ ਹੈਂਕੜਬਾਜੀ ਸੀ ਵੀ ਇੱਕ ਪਾਸੇ ਮੈਂ ਜਹਾਂਗੀਰ ਦਾ ਦੀਵਾਨ ਅਤੇ ਦੂਸਰੇ ਪਾਸੇ ਗੁਰੂ ਘਰ, ਇਹਦਾ ਕੀ ਮੇਲ ਆ? ਇਹ ਤਾਂ ਇਵੇਂ ਆ ਜਿਵੇਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਜਾਵੇ। ਅੱਜ ਵੀ ਸਾਡੇ ਰਿਸ਼ਤੇ ਇਸ ਕਰਕੇ ਟੁੱਟਦੇ ਨੇ ਵੀ ਜਦੋਂ ਜੀਵਨ ਵਿੱਚ ਹੰਕਾਰ ਆਉਂਦਾ ਵੀ ਅਸੀਂ ਅਮੀਰ ਹਾਂ ਅਤੇ ਦੂਸਰਾ ਪਰਿਵਾਰ ਗਰੀਬ ਹੈ। ਜਦੋਂ ਦੋਵੇਂ ਹੱਥ ਜੋੜ ਕੇ ਕਹਿਣਗੇ ਕਿ ਅਸੀਂ ਗਰੀਬ ਹਾਂ ਅਤੇ ਸਾਨੂੰ ਕੋਰਟ ਕਚਹਿਰੀਆਂ ਵੱਲ ਧੱਕੇ ਨਹੀਂ ਖਾਣੇ ਪੈਣਗੇ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋੜੇ ਹੋਏ ਰਿਸ਼ਤੇ ਤੋੜ ਨਿਭਣਗੇ। ਔਰ ਇਹ ਵੀ ਇੱਕ ਧਰਮ ਹੈ ਜਿਹਨੂੰ ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ ਕਿ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਜਿਸ ਗ੍ਰਸਤ ਨੂੰ ਆਸ਼ਰਮ ਕਿਹਾ ਜਾਂਦਾ ਸੀ, ਆਸ਼ਰਮ ਦਾ ਮਤਲਬ ਸੀ ਟਿਕਾਣਾ। ਟਿਕਾਣਾ ਬਦਲਿਆ ਜਾ ਸਕਦਾ ਹੈ, ਪਰ ਸਿੱਖ ਧਰਮ ਦੇ ਅੰਦਰ ਗ੍ਰਸਤ ਨੂੰ ਟਿਕਾਣਾ ਨਹੀਂ, ਆਸ਼ਰਮ ਨਹੀਂ, ਧਰਮ ਕਿਹਾ। ਅਤੇ ਧਰਮ ਉਹ ਹੈ ਜਿਹੜਾ ਕਦੇ ਤਬਦੀਲ ਨਹੀਂ ਕੀਤਾ ਜਾਂਦਾ, ਕਿਉਂਕਿ ਜਿਹੜਾ ਬੰਦਾ ਧਰਮ ਹੀ ਬਦਲ ਲਵੇ ਉਹਦਾ ਕਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਿਹੜਾ ਦਲ ਬਦਲ ਲਵੇ, ਗੱਲ ਬਦਲ ਲਵੇ, ਲੋਕੀ ਕਹਿੰਦੇ ਨੇ ਦਲ ਬਦਲੂ ਗੱਲ ਬਦਲੂ, ਇਹਦਾ ਵਿਸ਼ਵਾਸ ਕੀ ਕਰਨਾ ਹੈ। ਅਤੇ ਜਿਹੜਾ ਬੰਦਾ ਧਰਮ ਵਿੱਚ ਹੀ ਪਰਪੱਕ ਨਹੀਂ ਹੈ, ਧਰਮ ਹੀ ਬਦਲ ਲਿਆ ਜਾਵੇ, ਉਹਦਾ ਵਿਸ਼ਵਾਸ ਕੌਣ ਕਰ ਸਕਦਾ। ਹੁਣ ਜਦੋਂ ਅਸੀਂ ਗੁਰ ਇਤਿਹਾਸ ਨੂੰ ਪੜ੍ਹਾਂਗੇ ਅਤੇ ਸਤਿਗੁਰੂ ਜਿੱਥੇ ਸੱਚ ਦੇ ਮਾਰਗ 'ਤੇ ਚੱਲ ਰਹੇ ਸਨ, ਸੱਚ ਦੀ ਅਜ਼ਮਤ ਨੂੰ ਬੁਲੰਦ ਰੱਖਣ ਵਾਸਤੇ ਗਰੀਬ ਨਵਾਜ਼ ਨੇ ਜਿੰਨੀਆਂ ਔਕੜਾਂ ਆਈਆਂ ਉਹਨਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਉੱਥੇ ਜਿਹੜੇ ਚੰਦੂ ਵਰਗੇ ਸਨ, ਇੱਕ ਪਾਸੇ ਤਾਂ ਸਰਕਾਰੇ ਦਰਬਾਰੇ ਆਪਣੀ ਚੌਧਰਤਾ ਨੂੰ ਕਾਇਮ ਰੱਖਣ ਵਾਸਤੇ ਹਮਲਾਵਰ ਜਿਹੜੇ ਮੁਸਲਮਾਨ ਚੜ੍ਹ ਕੇ ਆਉਂਦੇ ਸਨ ਉਹਨਾਂ ਨਾਲ ਉਹ ਸਮਝੌਤਾਵਾਦੀ ਹੋ ਚੁੱਕੇ ਸਨ, ਅਤੇ ਦੂਸਰੇ ਪਾਸੇ ਆਪਣੇ ਹਿੰਦੂ ਭਰਾਵਾਂ ਦੇ ਉੱਪਰ ਜ਼ੁਲਮ ਕਰਦੇ, ਲੋਕਾਂ ਦੀਆਂ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕੀਤੇ ਜਾਂਦੇ, ਕਈ ਤਰ੍ਹਾਂ ਦੇ ਡਰਾਵੇ ਦੇ ਕੇ ਲੋਕਾਂ ਨੂੰ ਕਈ ਤਰ੍ਹਾਂ ਦਾ ਜਿਹੜਾ ਟੈਕਸ ਸੀ ਉਹਨਾਂ ਦੇ ਉੱਪਰ ਲਾਇਆ ਜਾਂਦਾ ਸੀ। ਉਦਾਹਰਨ ਸਾਡੇ ਸਾਹਮਣੇ ਹੈ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਕਬਰ ਨੂੰ ਹੁਕਮ ਦੇ ਕੇ ਕਿਹਾ ਕਿ ਜਿਹੜਾ 1105 ਦੇ ਵਿੱਚ ਅਲਾਉਦੀਨ ਖਿਲਜੀ ਨੇ ਗੈਰ ਮੁਸਲਮਾਨਾਂ 'ਤੇ ਜਜੀਆ ਟੈਕਸ ਲਾਇਆ ਸੀ, ਉਹ ਕਾਨੂੰਨ ਬਣਾ ਕੇ ਜਜੀਆ ਟੈਕਸ ਗੈਰ ਮੁਸਲਮਾਨਾਂ ਤੋਂ ਹਟਾ ਦਿੱਤਾ ਜਾਵੇ। ਜਦੋਂ ਮਹੇਸ਼ ਦਾਸ ਜਿਹੜਾ ਬੀਰਬਲ ਸੀ ਨਾ, ਜਿਹੜੀਆਂ ਸ਼ਾਦੀਆਂ ਅਕਬਰ ਨੇ ਹਿੰਦੂ ਘਰਾਣੇ ਵਿੱਚ ਕੀਤੀਆਂ ਸਨ, ਉਹਨੇ ਇੱਕ ਧਰਮ ਚਲਾਇਆ ਸੀ ਦੀਨੇ ਇਲਾਹੀ। ਉਹਨੇ ਜਦੋਂ ਹਿੰਦੂ ਪਰਿਵਾਰ ਵਿੱਚ ਸ਼ਾਦੀਆਂ ਕੀਤੀਆਂ ਅਤੇ ਇੱਕ ਸ਼ਾਦੀ ਦੇ ਦੌਰਾਨ ਜਿਹੜਾ ਬੀਰਬਲ ਸੀ, ਮਹੇਸ਼ ਦਾਸ ਸੀ, ਇਹ ਹਾਜ਼ਰ ਜਵਾਬ ਸੀ, ਇਹ ਦਹੇਜ ਵਿੱਚ ਭੇਜਿਆ ਗਿਆ, ਜਿਹਨੂੰ ਦਰਬਾਰੀ ਰਤਨ ਬਣਾਇਆ ਗਿਆ। ਅਤੇ ਜਦੋਂ ਬੀਰਬਲ ਨੂੰ ਪਤਾ ਲੱਗਾ ਵੀ ਗੁਰੂ ਅਮਰਦਾਸ ਜੀ ਨੇ ਹੁਕਮ ਦੇ ਕੇ ਹਿੰਦੂਆਂ ਦੇ ਉੱਪਰ ਲੱਗਾ ਹੋਇਆ ਜਜੀਆ ਟੈਕਸ ਮਾਫ ਕਰਵਾ ਦਿੱਤਾ, ਅਤੇ ਬੀਰਬਲ ਅਕਬਰ ਨੂੰ ਕਹਿਣ ਲੱਗਾ ਵੀ ਮੇਰਾ ਚਿੱਤ ਕਰਦਾ ਹੈ ਵੀ ਜਿਹੜਾ ਟੈਕਸ ਤੁਸੀਂ ਹਿੰਦੂਆਂ ਤੋਂ ਮਾਫ ਕੀਤਾ ਇਹ ਸਿੱਖਾਂ 'ਤੇ ਲਾ ਦਿਓ। ਅਕਬਰ ਕਹਿੰਦਾ ਜੇ ਤੂੰ ਮੇਰੇ 9 ਰਤਨਾਂ ਵਿੱਚੋਂ ਰਤਨ ਨਾ ਹੁੰਦਾ ਤੇ ਅੱਜ ਮੈਂ ਤੇਰਾ ਮੂੰਹ ਕਾਲਾ ਕਰ ਦੇਣਾ ਸੀ। ਜਿਸ ਗੁਰੂ ਨੇ ਕਿਰਪਾ ਕਰਕੇ ਤੁਹਾਡੇ ਤੋਂ ਜਜੀਆ ਟੈਕਸ ਮਾਫ ਕਰਾਇਆ, ਤੂੰ ਕਹਿ ਰਿਹਾ ਉਹਨਾਂ ਸਿੱਖਾਂ 'ਤੇ ਜਜੀਆ ਟੈਕਸ ਲਾ ਦਿਓ। ਇਹ ਤੀਜੀ ਧਿਰ ਸੀ। ਮੈਂ ਫਿਰ ਬੇਨਤੀ ਕਰਾਂ ਕਿ ਸਿੱਖੀ ਦਾ ਸਫ਼ਰ ਬਟਾਲੇ ਦੀ ਕੰਧ ਤੋਂ ਸਰਹੰਦ ਦੀ ਕੰਧ ਤੱਕ ਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਗੱਲ ਦੀ ਵਿਰੋਧਤਾ ਕੀਤੀ
कि असी बेदी नाल विआह नहीं करना, असी तां मूल मंत्र दे इर्द गिर्द परिक्रमा करनियां ने। ते उस वेले यतन किया गया कि कंध हेठ सतगुरु जी जिथे बैठन धक्का दे के कंध सुट के कंध दे हेठ इन्हां नूं दे के काम तमाम कर दिओ। ते जे सोचिया भी कंध दे थल्ले आके बच गए ते फिर सरहंद दी दीवार डेगी नहीं गई बल्कि चिणी गई भी इहदे विच चिणो सच जिहड़ा किधर जावेगा। ते गुरु के लाला ने सरहंद दी दीवार विच खड़ो के कहा सी, सच को मिटाओगे तो मिटोगे जहान से, डरता नहीं अकाल शहनशाह की शान से, कह रहे हैं हम तुझको खुदा की जुबान से। मेरे गुरु नानक साहब जी ने बाबर दी हवालात विच बैठ के कहा सी, सच की बाणी नानक आखै, सच सुनाए सी सच की बेड़ा। गुरु अर्जन देव जी ने तती तवी ते बैठ के कहा सी, मन साचा मुख साचा सोए, अवर ना पेखै एक सुबिन कोए, नानक ये लक्षण ब्रह्म ज्ञानी होए। स्पष्ट कर दिता दुनिया के लोगों, सुखमणी साहब का ब्रह्म ज्ञानी कोई भेखी नहीं है, कोई वहमी भरमी या पखंडी नहीं। सुखमणी साहब का ब्रह्म ज्ञानी वो है जिहड़ा तत्ती तवी ते बैठ के देग विच उबल के सीस विच रेता पवा के भी अपने धीरज नूं कायम रखे, कि जिहदे अंदरों ये आवाज़ बुलंद होवे, दुख ना ही सब सुख ही है रे, एक है एक ही नेता, बुरा नहीं सब भलो ही है रे, हार नहीं सब जीता। धन गुरु अर्जन देव महाराज जी ने दस दिता कि सुखमणी साहब का ब्रह्म ज्ञानी साधु संत महात्मा किहो जिहा होना चाहिए। किसी कवि ने लिखिया, होए बदही रहियो दृढ़, ब्रह्म ज्ञानी नीक, जो बरन्यो मद सुखमनी, पाल दिखालियो ठीक। कि ब्रह्म ज्ञानी किसी ऐश परस्ती का नाम नहीं है, ब्रह्म ज्ञानी लोकां नूं लुट्टण दा नाम नहीं है, सगों मनुखता दी सेवा विच अपने आप नूं जे तत्ती तवी ते भी बिठाउणा पिया ते ब्रह्म ज्ञानी गुरु अर्जन देव महाराज जी ने बिठा दिता। दस दिता कि ब्रह्म ज्ञानी असल विच परमेश्वर नाल एक मिक हुंदा है। मेरे गरीब नवाज जी ने जदों देखिया कि चंदू दीवान एक पासे तां रिश्ता करना चाहुंदा है ते दूसरे पासे दिल्ली तो जदों सगन तोरन लगदा है ते सिखां दी रज के उन्हें बेइज्जती कीती, कहण लगा जी वेखो ये कादा मेल होया, एक पासे चबारे दी इट ते दूसरे पासे मोरी। जदों चंदू दी लड़की दा सगन तुरिया ते सिखां ने इकत्तर हो के एक चिट्ठी लिखी, एक पत्र लिखिया गुरु अर्जन देव महाराज जी नूं, पातशाह एक पासे तुहाडे घर दी खुशी है, बच्चे दा रिश्ता जुड़न लगा है, विआह वर्गा कारज जिहड़ा बड़ा खुशियां भरिया कारज है, पर इत्थे गल केवल परिवारक खुशी दी नहीं, इत्थे गल ते गुरु नानक साहब दे घर दी है। अज वेखना है भी तुसीं परिवारक खुशी नूं पहल दिंदे हो कि जां गुरु नानक साहब दे घर दी जिन्हें निंदिया कीती है, तुसीं इस पक्ष ते विचार करके इस रिश्ते नूं प्रवान करन तो इनकार कर दिंदे हो। जो साडे लिए एक सिੱਖਿਆ सी कि विआहां समय रब भी भुल जाता है तो गुरु भी भुल जाता है। विआहां समय सिख परिवारां वल्लों गुरु ग्रंथ साहिब जी की मर्यादा का ख्याल नहीं जे रखिया जाता, की फलाणिया तू विआह विच फिरदा, पर जे कोई विआह समय भी गुरु की मर्यादा नूं ध्यान विच रखे तो सचमुच वो खुशियां जिहड़ियां आपां आनंद कारज दे समय अपनी झोली विच पवा के कहना कि आनंद आनंद सब को कहे, आनंद गुरु ते जानिया, जिस मिलिया मन होए आनंद सो सतगुर कहिए, मन की दुबदा बिन सजाए हर परम पद लहिए। आनंद कारज आनंद गुरु नाल जुड़ के है, जे गुरु जीवन विच नहीं है तो काहदा आनंद है, वो केवल विआह हो सकता है, आनंद कारज नहीं। जदों चिट्ठी गुरु के दरबार पहुंची, भाई गुरदास जी, बाबा बुढ़ा जी, ये तादक सिख बैठे हुए सन। चिट्ठी सारियां नूं पढ़ के सुनाई गई, सारियां दी राय पुछी गई, ते उस वेले सारी संगत ने एक सुर हो के कहा कि सतगुरु जी जिहड़ा गुरु घर दा निंदक है, जिहड़ा रिश्ता होण तो पहलां ही कह रहा मैं चुबारा हाँ ते गुरु घर मोरी दी तरह है, जिन्हें गुरु नानक साहब दे घर नूं छोटा ते अपने आप नूं वड्डा दस्सिया, इहदे नाल
ਕਿਸੇ ਪ੍ਰਕਾਰ ਦਾ ਜਿਹੜਾ ਰਿਸ਼ਤਾ ਹੈ ਉਹ ਨਹੀਂ ਜੋੜਨਾ ਚਾਹੀਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਬਾਬਾ ਬੁੱਢਾ ਔਰ ਗੁਰਦਾਸ ਇਤ ਆਦਿਕ ਜੋ ਸਿੱਖ ਤੇ ਖਾਸ, ਚਿੱਠੀ ਸਭ ਕੋ ਗੁਰੂ ਸੁਣਾਈ, ਸਭ ਨੇ ਕਹਿਓ ਨਾ ਲਿਓ ਸਗਾਈ। ਕੇਵਲ ਗੁਰੂ ਅਰਜਨ ਦੇਵ ਜੀ ਨੇ ਇਨਕਾਰ ਨਹੀਂ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਤੇ ਸਮੁੱਚੀ ਸੰਗਤ ਨੇ ਕਿਹਾ ਸੀ ਵੀ ਇਹ ਸਗਾਈ ਪ੍ਰਵਾਨ ਨਹੀਂ ਕਰਨੀ ਚਾਹੀਦੀ। ਆਪ ਚਬਾਰਾ ਬਣਿਓ ਪਾਪੀ, ਗੁਰ ਕਾ ਘਰ ਇਨ ਮੋਰੀ ਥਾਪੀ, ਨਿੰਦੀ ਜਾਬਿਦ ਗੁਰ ਕੀ ਗਾਦੀ, ਚਾਹੀਏ ਨਾ ਕਰਬੇ ਇਨਕੇ ਸ਼ਾਦੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਰਿਵਾਰਕ ਘਰ ਦੀ ਖੁਸ਼ੀ ਵਿੱਚ ਵਿਘਨ ਪਾ ਲਿਆ, ਪਰ ਸੰਗਤਾਂ ਦੀ ਕਹੀ ਹੋਈ ਗੱਲ ਨੂੰ ਮੋੜਿਆ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਨਿੰਦਕ ਸੀ, ਉਹਦਾ ਰਿਸ਼ਤਾ ਜਿਹੜਾ ਸੀ ਉਹ ਸਤਿਗੁਰਾਂ ਨੇ ਪ੍ਰਵਾਨ ਨਾ ਕੀਤਾ। ਮੈਂ ਪਹਿਲਾਂ ਬੇਨਤੀ ਕੀਤੀ ਕਿ ਜਿੱਥੇ ਬਾਬਰ ਕੇ ਚੜ੍ਹ ਕੇ ਆਏ, ਉੱਥੇ ਇਹਨਾਂ ਖਾਸ ਕਰਕੇ ਚੰਦੂ ਵਰਗਿਆਂ ਨੇ ਬੜਾ ਅਹਿਮ ਰੋਲ ਨਿਭਾਇਆ, ਜਿਹੜੇ ਇਸ ਉਡੀਕ ਵਿੱਚ ਸਨ ਕਿ ਕਦੋਂ ਸਾਨੂੰ ਸਮਾਂ ਮਿਲੇ ਤੇ ਅਸੀਂ ਗੁਰੂ ਘਰ ਨੂੰ ਨੀਵਾਂ ਦਿਖਾਈਏ, ਗੁਰੂ ਘਰ ਦੇ ਉੱਪਰ ਹਮਲਾਵਰ ਬਣ ਕੇ ਜਾਈਏ, ਗੁਰੂ ਘਰ ਦੇ ਉੱਪਰ ਚੜ੍ਹਾਈ ਕਰਕੇ ਜਾਈਏ, ਜੰਗ ਯੁੱਧ ਹੋਣ, ਗੁਰੂ ਘਰ ਨੂੰ ਅਸੀਂ ਨੀਵਾਂ ਦਿਖਾਈਏ। ਇਸ ਤਰ੍ਹਾਂ ਦਾ ਯਤਨ ਜਿਹੜਾ ਸੀ ਉਹਨਾਂ ਵੱਲੋਂ ਕੀਤਾ ਜਾਂਦਾ ਸੀ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਉਸ ਵੇਲੇ ਹੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਵਿੱਖਤ ਬਚਨ ਕਹਿ ਦਿੱਤੇ ਸਨ ਕਿ ਕਦੇ ਕਿਸੇ ਸਚਿਆਰ ਨੂੰ ਮੇਟ ਕੇ ਤੁਸੀਂ ਸੱਚ ਨੂੰ ਨਹੀਂ ਮਿਟਾ ਸਕਦੇ। ਕਿਉਂਕਿ ਜਿੱਥੇ ਸਾਈਂ ਮੀਆਂ ਮੀਰ ਦੀ ਗੱਲ ਕਰਕੇ ਗਿਆ ਕਵੀਸ਼ਰੀ ਜਥਾ, ਬੜੇ ਬੜੇ ਐਸੇ ਮੁਸਲਮਾਨ ਹੋਏ ਨੇ ਜਿਨ੍ਹਾਂ ਦਾ ਅਕੀਦਾ ਸੀ ਗੁਰੂ ਸਾਹਿਬ ਦੇ ਉੱਪਰ। ਜਿੱਥੇ ਸਾਈਂ ਮੀਆਂ ਮੀਰ ਨੇ ਕਿਹਾ ਸੀ ਸਤਿਗੁਰੂ ਜੀ ਤੁਸੀਂ ਸਮਰੱਥ ਹੋ, ਪ੍ਰਤੱਖ ਹਾਰੋ, ਮੈਂ ਕੁਝ ਕੁ ਦਿਨ ਆਪ ਦੀ ਸੰਗਤ ਕੀਤੀ ਹੈ ਤੇ ਮੇਰੇ ਵਿੱਚ ਇੰਨੀ ਸ਼ਕਤੀ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਦਾ, ਤੁਸੀਂ ਸ਼ਾਂਤਮਈ ਢੰਗ ਨਾਲ ਬੈਠੇ ਹੋ। ਤੇ ਉਦੋਂ ਮੇਰੇ ਸਾਹਿਬ ਜੀ ਨੇ ਕਿਹਾ ਸੀ ਇਸ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਜਿਹੜਾ ਇਨਕਲਾਬ ਆਉਣਾ ਹੈ, ਉਸ ਇਨਕਲਾਬ ਦੇ ਅੱਗੇ ਨਾ ਤਾਂ ਜਹਾਂਗੀਰ ਟਿਕ ਸਕੇਗਾ, ਨਾ ਉਹਦੀਆਂ ਆਉਣ ਵਾਲੀਆਂ ਪੁਸ਼ਤਾਂ ਟਿਕਣਗੀਆਂ, ਨਾ ਉਹਦੇ ਅਮੀਰ ਵਜ਼ੀਰ, ਨਾ ਉਹਦੇ ਐਲਕਾਰ ਦੀਵਾਨ ਟਿਕ ਸਕਣਗੇ। ਕਿਸੇ ਉਰਦੂ ਦੇ ਕਵੀ ਨੇ ਲਿਖਿਆ ਕਿ ਜਦੋਂ ਮੁਰਤਜ਼ਾ ਖਾਂ, ਮੈਂ ਫਿਰ ਬੇਨਤੀ ਕਰਾਂ, ਸ਼ੇਖ ਅਹਿਮਦ ਸਰਹੰਦੀ, ਸ਼ੇਖ ਬੁਖਾਰੀ ਤੇ ਸ਼ੇਖ ਫਤਿਹ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾਇਆ। ਅੱਜ ਜੇ ਕਿਤੇ ਸਾਨੂੰ ਰਿਜ਼ਕ ਦੀ ਲੋੜ ਹੋਵੇ, ਦੁੱਧ ਦੀ ਲੋੜ ਹੋਵੇ, ਤੇ ਭਗਤ ਧੰਨਾ ਜੀ ਵਾਂਗ ਅਸੀਂ ਪਰਮੇਸ਼ਰ ਅੱਗੇ ਅਰਦਾਸ ਕਰਨੀ ਹੈ, ਗੁਰੂ ਅੱਗੇ ਅਰਦਾਸ ਕਰਨੀ ਹੈ, ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਉਸ ਸਥਾਨ ਤੇ ਦੁੱਧ ਲੈ ਕੇ ਨਹੀਂ ਜਾਣਾ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ। ਕਿਉਂਕਿ ਸ਼ੇਖ ਅਹਿਮਦ ਸਰਹੰਦੀ ਦੇ ਸਾਰੇ ਸਾਥੀ ਜਿਨ੍ਹਾਂ ਨੇ ਜਿਸ ਦਿਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਇਹਨਾਂ ਨੇ ਜਹਾਂਗੀਰ ਨੂੰ ਵਧਾਈਆਂ ਦਿੱਤੀਆਂ, ਚਿੱਠੀਆਂ ਲਿਖਦੇ ਰਹੇ ਤੇ ਉਹ ਚਿੱਠੀਆਂ ਦਾ ਸੰਗ੍ਰਹਿ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚੋਂ ਅੱਜ ਵੀ ਪ੍ਰਾਪਤ ਹੋ ਸਕਦਾ ਜੇ ਕਿਸੇ ਨੇ ਪੜ੍ਹਨੀਆਂ ਹੋਣ, ਜਿਹਦੇ ਵਿੱਚ ਇੱਥੇ ਤੱਕ ਜ਼ਿਕਰ ਕੀਤਾ ਗਿਆ। ਕਿਉਂਕਿ ਅਸੀਂ ਦਸ਼ਮੇਸ਼ ਪਿਤਾ ਦੇ ਸਮੇਂ ਇਹ ਪੜ੍ਹਦੇ ਹਾਂ ਵੀ ਸੁੱਚਾਨੰਦ ਨੇ ਕਿਹਾ ਸੀ ਸੱਪ ਦੇ ਬੱਚੇ ਕਦੇ ਮਿੱਤ ਨਹੀਂ ਹੁੰਦੇ, ਤੇ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜਫਰਨਾਮੇ ਵਿੱਚ ਲਿਖਿਆ ਸੀ ਕਿ ਚਿਹਾ ਸ਼ੁੱਧ ਕੇ ਚੂੰ ਬਚਗਾ ਕੁਸਤੈ ਚਾਰ, ਕੇ ਬਾਕੀ ਬਿਮਾਦਸਤ ਪੇਚੀ ਦਾ ਮਾਰ। ਹੇ ਔਰੰਗਜ਼ੇਬ, ਜੇ ਤੇਰੇ ਸੂਬਾ ਸਰਹੰਦ ਵਰਗੇ, ਜੇ ਤੇਰੇ ਸੁੱਚਾਨੰਦ ਦੀਵਾਨ ਵਰਗੇ ਸਾਨੂੰ ਸੱਪ ਜਾਂ ਸੱਪ ਦੇ ਬੱਚੇ ਕਹਿੰਦੇ ਨੇ ਤੇ ਸਾਨੂੰ ਪ੍ਰਵਾਨ ਹੈ, ਕੀ ਹੋਇਆ ਜੇ ਤੂੰ ਚਾਰ ਚੰਗਿਆੜੀਆਂ ਬੁਝਾ ਦਿੱਤੀਆਂ, ਅਜੇ ਬੜਾ ਵੱਡਾ ਭਾਂਬੜ ਖਾਲਸਾ ਮਗਰ ਹੈ। ਕੀ ਹੋਇਆ ਜੇ ਤੂੰ ਮੇਰੇ ਚਾਰ ਬੱਚੇ ਸ਼ਹੀਦ ਕਰ ਦਿੱਤੇ, ਮੇਰਾ ਕੁੰਡਲੀਆ ਨਾਗ ਖਾਲਸਾ ਅਜੇ ਬਾਕੀ ਹੈ। ਸਤਿਗੁਰੂ ਕਹਿਣ ਲੱਗੇ ਜੇ ਤੁਸੀਂ ਸਾਨੂੰ ਸੱਪ ਹੀ ਕਹਿੰਦੇ ਹੋ ਤੇ ਫਿਰ ਅਸੀਂ ਸੱਪ ਹੀ ਸਹੀ। ਪਰ ਸੁੱਚਾਨੰਦ ਤੋਂ ਪਹਿਲਾਂ ਸੱਪ ਸ਼ਬਦ ਜਿਹੜਾ ਇਹ ਸ਼ੇਖ ਅਹਿਮਦ ਸਰਹੰਦੀ ਜਿਹੜੀ ਜੁੰਡਲੀ ਹੈ ਇਹ ਵਰਤ ਚੁੱਕੀ ਹੈ। ਸ਼ੇਖ ਅਹਿਮਦ ਸਰਹੰਦੀ ਨੇ ਜਿਹੜੀ ਚਿੱਠੀ ਲਿਖੀ ਸੀ ਨਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਹਾਂਗੀਰ ਨੂੰ, ਉਹਨੇ ਲਿਖਿਆ ਸੀ ਅੱਜ ਤੂੰ ਸੱਪ ਦਾ ਸਿਰ ਕੁਚਲ ਦਿੱਤਾ। ਅੱਜ ਮੁਸਲਮਾਨਾਂ ਵਾਸਤੇ ਈਦ ਮੁਬਾਰਕ ਹੈ ਤੇ ਕਾਫਰਾਂ ਵਾਸਤੇ ਸਭ ਤੋਂ ਦੁੱਖ ਦਾ ਦਿਨ ਹੈ। ਇਸ ਕਰਕੇ ਇਹ ਸਾਰਾ
ਜਿਹੜਾ ਸ਼ੇਖ ਅਹਿਮਦ ਸਰਹੰਦੀ, ਸ਼ੇਖ ਬੁਖਾਰੀ ਵਰਗੇ ਸਨ, ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ। ਮੁਰਤਜ਼ਾ ਖਾਂ ਕਹਿੰਦੇ ਲਾਹੌਰ ਦੀ ਤੱਤੀ ਤਵੀ ਤੇ ਜਦੋਂ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਸਨ ਤੇ ਇਹਨੇ ਜਾ ਕੇ ਵਿਅੰਗ ਕੱਸਿਆ, ਕਟਾਸ਼ ਭਰੇ ਬੋਲ ਕਹੇ, ਕਹਿਣ ਲੱਗੇ ਤੁਸੀਂ ਕਹਿੰਦੇ ਸੀ ਸੱਚ ਦੀ ਆਵਾਜ਼ ਬੜੀ ਬੁਲੰਦ ਹੈ, ਪਰ ਅੱਜ ਇੰਜ ਨਹੀਂ ਲੱਗ ਰਿਹਾ ਵੀ ਜਿਵੇਂ ਆ ਚੰਦੂ ਦੀ ਹਵੇਲੀ ਦੀਆਂ ਕੰਧਾਂ ਵਿੱਚ ਤੁਹਾਡੀ ਸੱਚ ਦੀ ਆਵਾਜ਼ ਨੂੰ ਅਸੀਂ ਕੈਦ ਕਰ ਲਿਆ ਹੋਵੇ। ਆ ਜਿਹੜੀਆਂ ਅੱਗ ਦੀਆਂ ਲਪਟਾਂ ਨੇ, ਜਿਹੜੇ ਅੱਗ ਦੇ ਭਾਂਬੜ ਨੇ, ਇੰਜ ਨਹੀਂ ਲੱਗਦਾ ਵੀ ਜਿਹੜੀ ਤੁਹਾਡੀ ਸੱਚ ਦੀ ਆਵਾਜ਼ ਹੈ ਅਸੀਂ ਇਹਨੂੰ ਇਹਦੇ ਵਿੱਚ ਖਾਮੋਸ਼ ਕਰ ਦਿੱਤਾ। ਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਬਿਲਕੁਲ ਠੀਕ ਹੈ, ਸਚਿਆਰ ਨੂੰ ਤੁਸੀਂ ਮੇਟ ਸਕਦੇ ਹੋ ਪਰ ਸੱਚ ਨੂੰ ਨਹੀਂ ਮੇਟ ਸਕਦੇ। ਆਵਾਜ਼ ਨੂੰ ਖਾਮੋਸ਼ ਕਰ ਸਕਦੇ ਹੋ ਪਰ ਉਸ ਆਵਾਜ਼ ਤੋਂ ਬਾਅਦ ਜਿਹੜਾ ਇਨਕਲਾਬ ਆਉਂਦਾ ਉਹਨੂੰ ਤੁਸੀਂ ਨਹੀਂ ਰੋਕ ਸਕਦੇ। ਅੱਜ ਵੀ ਸਾਡੇ ਘਰਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਨਹੁੰ ਗਰੀਬਣੀ ਹੈ, ਗਰੀਬ ਘਰ ਦੀ ਆਈ ਹੈ, ਉਹਨੂੰ ਕਦੇ ਅਸੀਂ ਇੱਕ ਵੀ ਗੱਲ ਨਹੀਂ ਬੋਲਣ ਦਿੱਤੀ। ਨਹੀਂ ਪਿਆਰਿਓ, ਕੀ ਪਤਾ ਉਹ ਗਰੀਬਣੀ ਚੁੱਪ ਰਹਿ ਕੇ ਕੀ ਬੋਲ ਜਾਂਦੀ ਹੈ। ਤੇ ਸੱਚ ਇਹ ਵੇ ਕਿ ਗਰੀਬ ਕੋ ਮਤ ਸਤਾ वो रोदेगा, उसके मालिक को खबर होगी तुझको जड़ से खोदेगा। जे नौ जोरावर आई तो कहती भी मैं तो सारा ही टब्बर अगे लाया होया, मेरी सस अगे बोलती नहीं। उन्होंने की पता कि जिस गरीब परिवार नूं तू ठाणे बठाणे रोल रही है वो चुप करके की कह गए ने। ये जरूर नहीं भी आप बोल के ही कुछ कह सकते हैं, बिना बोलिया बहुत कुछ कहा जा सकता है। साहब कहन लगे तैनूं इंज लगदा है भी जिवें साडे मुख तो साडी रसना तो जो कुछ उचारण होना सी वो तू ऐ समझ रहा भी नहीं हो रहा, पर असी चुप करके बहुत कुछ कह गए हाँ। तो आने वाले समय दे विच जो समय ने करवट लैनी है उहदे बारे सुन। किसी उर्दू के कवि ने सतगुरु जी के जिहड़े ख्यालात ने उन्होंने वर्णन किया। मेरे साहब ने कहा सी मेरी सदा को दबाना तो मुमकिन है। सदा का अर्थ हुंदा है आवाज़। जिवें मिर्जा गुलाम अहमद कादियां ने लिखिया कि गुरु नानक साहब जी ने एकता दी, गुरु नानक साहब जी ने सच दी सदा, सच दी आवाज़ बुलंद की। फिर उठी आकर सदा तौहीद की पंजाब से, हिंद को एक मर्दे कामल ने जगाया ख्वाब से। मर्दे कामल गुरु नानक साहब, मर्द अगंबड़े धन गुरु गोबिंद सिंह महाराज ते हुण सतगुरु गुरु अर्जन देव महाराज जेड़े उस मर्दे कामल गुरु नानक साहब जी की जोत के 5वें स्वरूप ने। साहब कहन लगे मेरी सदा को दबाना तो मुमकिन है। गुरु के स्वरूप उपर तुसी हमले कर सकते हो, गुरु के शरीर उपर हमले कर सकते हो, पर ये सारा कुछ करके तुसी सच की आवाज़ नूं खामोश नहीं कर सकते, सच की आवाज़ नूं तुसी दबा नहीं सकते। गुरु दे पावन शरीर हवालात विच कैद हो सकते ने, ग्वालियर दे किले विच कैद हो सकते ने। गुरु दे पावन शरीर रूपी स्वरूप ते तुसी तत्ती रेता पा सकते हो, देग विच उबाल सकते हो, ये सारा कुछ तुसी कर सकते हो। पर इस तो बाद जिहड़ा इनकलाब आउणा है ना, उहदे अगे तुसी नहीं रुक सकना। मेरे साहब ने जिहड़े बोल कहे, किसी उर्दू दे कवि ने कहा मेरी सदा को दबाना तो मुमकिन है, लेकिन बदलते वक्त की रफ्तार कौन रोकेगा। फशीले आतशो आहन बहुत बुलंद है सही, लेकिन हयात की ललकार कौन रोकेगा। मेरे ख्यालों की परवाज रोकने वालों, हर गोबिंद की तलवार कौन रोकेगा। गुरु अर्जन देव महाराज जी ने जो आने वाले भविख विच होना सी वो बचन कह दिते। इधर गुरु अर्जन देव महाराज जी की शहादत तो बाद मीरी पीरी दे मालिक गुरु हरगोबिंद साहब महाराज जदों गुरता गद्दी ते विराजमान हुंदे ने ते सतगुरु जी ने सब तो पहला गुरु अर्जन देव जी की शहादत के कारणां नूं घोखिया। एक गल सामने आई कि हुण कौम नूं जथेबंदक रूप विच तैयार करन दी लोड़ है। जे 5वें जामे विच शांति की हद विखाई ते हुण 6वें जामे विच बहादरी की हद विखावांगे। उन्हां नूं दस देवांगे कि उस शांतमई शहादत नूं किते बुझदिली कमजोरी जां कायरता ना समझ लेना। लोकी
पीस की गल करते ने, शांति की गल करते ने, तो मेरे गुरु अर्जन देव महाराज जी ने शांति की सीमा नूं, सिखर नूं छूया कि जे तुसी सीस विच रेता भी पाओगे, देग विच भी उबालोगे, तो अंदरों आवाज़ आवेगी, सब को मीत हम आपन कीना, हम सबना के साजन, दूर परायो मन का बिरहा ता मेल कियो मेरे राजन। किड्डा वड्डा ये तशद्दद सी, किड्डा वड्डा ये जुल्म सी कि चंदू चंदरा चंद चढ़ाउण लगा कहण के लो तपाओ छेती, ओए ला के सूरज ते पीस के रेत इसदी, गुरु अर्जन दे सीस विच पाओ छेती। धन गुरु अर्जन देव महाराज जी उपर बड़ा जुल्म होया, बड़ा तशद्दद होया। गुरु हरगोबिंद साहब महाराज ने ऐलान कर दिता, कहण लगे हुण बहादरी दी हद वेखोगे, हुण तुसी साडे अगे खड़ो नहीं सकोगे, हुण वेखना तुसी किन्ने क पानी चो। वो जिहड़ी शांतमई शहादत सी वो तां संसार नूं दसना सी कि तुसी शांति दी गल करदे हो ते कित्थे तक शांति रखी जा सकदी है। गरीब नवाज जी ने शांति दी हद नूं सूया। गुरु हरगोबिंद साहब महाराज जी ने श्री अकाल तख्त साहब जी की सिरजना की, मीरी पीरी दियां 2 तलवारां धारण कीतियां, 2200 घोड़ सवार सैनक रखे। गरीब नवाज जी ने गुरबाणी पाठ कीर्तन ते कथा दे नाल नाल ढाडी वारां दा आगाज किया। गरीब नवाज जी ने घोड़ सवारी, शस्त्र विद्या ते शिकारी कुत्ते नाल लैके सिखां नूं शिकार खेडण लैके जांदे ते इह दसदे सिखो कि अज तो बाद हुण तुसीं शाही ठाठ बाठ नाल रहना है, मुगलिया हुकूमत दे अगे जां इत्थों भारत दे रहण वाले जिहड़े हैंकड़बाज चौधरी ने उन्हां दे अगे किसी प्रकार झुकना कोई नहीं। सतगुरु गुरु अर्जन देव महाराज जी जदों शहीद होए तो उन्हां दी शहादत तो बाद जिहड़ी समय ने करवट लई ਉਹਦਾ ਜ਼ਿਕਰ गुरु के हजूरी ढाडी भाई नत्था ते भाई अब्दुल्ला जी, जिन्हां नूं भाई विधि चंद जी सुर सिंह नगर तो बड़े सत्कार सहित लैके आए सन। साहब ने कहा सी हाथी ते बिठा के लैके आओ। गुरु घर दे विच ग्रंथी साहब दा, गुरु के कीर्तनीय साहब दा, ढाडी जथियां दा, कवीशरी जथियां दा किन्ना सत्कार सी, ये मेरे सतगुरु जी ने दस दिता है। जदों भाई नत्था ते भाई अब्दुल्ला जी ने गुरु घर की महिमा गायन की, उन्होंने जिक्र किया सच्चा तख्त सुहायो श्री गुर पाएक है, शब बरनी ना जाए कहो क्या गायक है, रव सस भये मलीन सो दर्श दिखाएक है, श्री गुर तख्त बराजे प्रभु ध्यायक है, मीर नत्था ओ अब्दुल्ला जस कयो बनाएक है। ते अगों फिर जस तुरदा 2 तलवारी बधियां, एक मीरी दी एक पीर दी, एक अजमत दी एक राज दी, एक राखी करे वजीर दी। ते जिहड़ा अंतरा सी जदों सरंगी ते गज फिरदा श्री अकाल तख्त साहब दे सन्मुख खड़ो के जदों उच्ची आवाज़ नाल ढाडी बार बार उस पंक्ति नूं दोहराउंदे ते ओ पंक्ति सी पग तेरी की जहांगीर दी। हे गुरु हरगोबिंद साहब, तेरी पग दे सामने जहांगीर दी पग की है, क्योंकि राज तखत ते बैठण लग्गियां जिथे गल विच तलवार पहननी जरूरी सी, उत्थे सिर ते पग बन्ननी भी जरूरी सी। इसलिए गुरु साहब ने सानू ये पग सानू ताज बख्शिश किया है। कौर ते सिंह दा लखब दे के गरीब नवाज जी ने बेताज बादशाह बनाया सिखां नू। क्या सी सिखो, ये पग केवल राजे महाराजे अपने सिर ते बन सकते सन। गुरु हरगोबिंद साहब जी ने दोहरी दस्तार सजाई, मीरी पीरी दियां 2 तलवारां धारण कीतियां, 2 घोड़ियां ते सतगुरु सवारी करया करदे सन। भाई गुरदास जी ने बचन कहे ने, 5 प्याले 5 पीर, 6ठम पीर बैठा गुर भारी। हुण 5 प्याले 5 पीर, गुरु नानक साहब जाहर पीर जगत गुर बाबा ते गुरु अर्जन देव महाराज जी तक 5 पीरां दी जिहड़ी एक सुरता सी। दस्तगीर होए 5 पीर, हर गोबिंद अतोला, दीन दुनी दा पातशाह पातशाहां पातशाह अडोला। दुनियावी तौर पर अज साइंस का विद्यार्थी भी पढ़ता है भी एक सीरीयल ते दूसरा जिन्हों आपां पैरलल कहने।
ਸੀਰੀ ਆਪਾਂ ਉਹਨੂੰ ਕਹਿੰਦੇ ਆ ਜਿਵੇਂ 1 ਤੋਂ ਬਾਅਦ 2, 2 ਤੋਂ ਬਾਅਦ 3, 3 ਤੋਂ ਬਾਅਦ 4, ਇਹ ਸੀਰੀ ਆ। ਤੇ ਪੈਰਲਲ ਉਹ ਹੁੰਦਾ ਵੀ 1 ਦੇ ਬਰਾਬਰ 1, ਭਾਵ ਜਿਨ੍ਹਾਂ ਨੇ ਗੁਰੂ ਘਰ ਦੇ ਪੈਰਲਲ ਆਉਣ ਦਾ ਯਤਨ ਕੀਤਾ ਉਹ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਚੜ੍ਹੇ। ਉਹ ਚਾਹੇ ਬਾਬੇ ਪ੍ਰਿਥੀ ਚੰਦ ਵਰਗੇ ਸਨ, ਬਾਬੇ ਰਾਮ ਰਾਏ ਵਰਗੇ ਸਨ, ਬਾਬੇ ਧੀਰਮਲ ਵਰਗੇ ਸਨ, ਪਰ ਜਿਨ੍ਹਾਂ ਨੇ ਜੋਤ 오ਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਤੇ ਭਾਈ ਗੁਰਦਾਸ ਜੀ ਕਹਿੰਦੇ ਦਸਤਗੀਰ ਹੋਏ 5 ਪੀਰ। ਦਸਤਗੀਰ ਦਾ ਮਤਲਬ ਹੈ, ਦਸਤ ਕਹਿੰਦੇ ਨੇ ਹੱਥ ਨੂੰ ਤੇ ਗੀਰ ਕਹਿੰਦੇ ਨੇ ਪਕੜਨਾ। ਵੀ ਇੰਜ ਲੱਗਦਾ ਵੀ ਗੁਰੂ ਨਾਨਕ ਸਾਹਿਬ ਦਾ ਹੱਥ ਗੁਰੂ ਅੰਗਦ ਦੇਵ ਜੀ ਦੇ ਹੱਥ ਵਿੱਚ, ਅੱਗੇ ਗੁਰੂ ਅੰਗਦ ਦੇਵ ਜੀ ਦਾ ਹੱਥ ਗੁਰੂ ਅਮਰਦਾਸ ਜੀ ਦੇ ਹੱਥ ਵਿੱਚ, ਗੁਰੂ ਅਮਰਦਾਸ ਜੀ ਦਾ ਹੱਥ ਗੁਰੂ ਰਾਮਦਾਸ ਜੀ ਦੇ ਹੱਥ ਵਿੱਚ, ਗੁਰੂ ਰਾਮਦਾਸ ਜੀ ਦਾ ਹੱਥ ਗੁਰੂ ਅਰਜਨ ਦੇਵ ਜੀ ਦੇ ਹੱਥ ਵਿੱਚ, ਤੇ ਗੁਰੂ ਅਰਜਨ ਦੇਵ ਜੀ ਦਾ ਹੱਥ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਵਿੱਚ। ਦਸਤਗੀਰ ਹੋਏ 5 ਪੀਰ। ਗੁਰੂ ਨਾਨਕ ਸਾਹਿਬ ਹੀ ਇਹ 6 ਇਸ ਤਰ੍ਹਾਂ ਦੀ ਲੜੀ ਜਿਹੜੀ ਹੈ 6ਵੇਂ ਪਾਤਸ਼ਾਹ ਤੱਕ ਆਈ ਹੈ। ਉਹ ਸੱਚਮੁੱਚ ਜਦੋਂ 6ਠਮ ਪੀਰ ਬੈਠਾ ਗੁਰ ਭਾਰੀ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਰੀ ਗੁਰੂ, ਜਿੱਥੇ ਅਧਿਆਤਮਿਕ ਤੌਰ 'ਤੇ ਭਾਰੀ ਗੁਰੂ, ਉੱਥੇ ਸਰੀਰਕ ਤੌਰ 'ਤੇ ਵੀ ਇਤਿਹਾਸਕਾਰਾਂ ਮੰਨਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰਕ ਭਾਰ 4 ਮਣ ਪੱਕਾ ਸੀ। 1 ਮਣ ਦੇ ਵਿੱਚ 40 ਕਿਲੋ ਹੁੰਦੇ ਨੇ, ਤੇ 4 ਮਣ ਪੱਕਾ 1 ਕੁਇੰਟਲ 60 ਕਿਲੋ ਦੇ ਕਰੀਬ ਗੁਰੂ ਹਰਗੋਬਿੰਦ ਸਾਹਿਬ ਦਾ ਭਾਰ ਸੀ। ਉਹਨਾਂ ਦਾ 6 ਫੁੱਟ ਤੋਂ ਲੰਮਾ ਕੱਦ, ਬਾਹਾਂ ਗੋਡਿਆਂ ਤੋਂ ਲੰਮੀਆਂ, ਛਾਤੀ ਚੌੜੀ। ਤੇ ਜਦੋਂ ਸਤਿਗੁਰੂ ਅਸਵਾਰੀ ਕਰਦੇ, ਇੱਕ ਘੋੜਾ ਨਾਲ ਖਾਲੀ ਚੱਲਦਾ ਸੀ। ਕਦੇ ਇਸ ਘੋੜੇ ਤੇ ਬੈਠਦੇ ਤੇ ਫਿਰ ਥੋੜ੍ਹਾ ਜਿਹਾ ਸਫ਼ਰ ਕਰਕੇ ਦੂਜੇ ਘੋੜੇ ਤੇ ਸਵਾਰ ਹੋ ਜਾਂਦੇ ਸਨ। ਇਹ ਗੱਲ ਜਦੋਂ ਸਰਕਾਰੇ ਦਰਬਾਰੇ ਪਹੁੰਚੀ, ਜਦੋਂ ਚੰਦੂ ਦੀਵਾਨ ਤੱਕ ਪਹੁੰਚੀ, ਤੇ ਚੰਦੂ ਨੂੰ ਇੱਕ ਖਤਰਾ ਸੀ ਕਿ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਨੂੰ ਕਹਿ ਕੇ ਮੇਰੀ ਮੰਗ ਕਰ ਲਈ ਤੇ ਮੈਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਹਨੇ ਇੱਕ ਯੋਜਨਾ ਤਿਆਰ ਕੀਤੀ। ਜਿਹੜੇ ਵਜ਼ੀਰ ਅਮੀਰ ਸਨ ਉਹ ਖਰੀਦੇ, ਸ਼ਾਹੀ ਵੈਦ ਖਰੀਦ ਲਏ। ਜਿਹੜੇ ਜਹਾਂਗੀਰ ਨਜੂਮੀ ਜੋਤਸ਼ੀ ਆਦਿ ਬੁਲਾਉਂਦਾ ਸੀ ਉਹ ਖਰੀਦ ਲਏ, ਕਿਉਂਕਿ ਇੰਜ ਲੱਗਦਾ ਵੀ ਜਿਹੜਾ ਜਹਾਂਗੀਰ ਹੈ ਉਹ ਵੀ ਅਕਬਰ ਦੀ ਸ਼ਾਦੀ ਜਿਹੜੀ ਹਿੰਦੂ ਧਰਮ ਵਿੱਚ ਹੋਈ ਸੀ ਉਸ ਮਾਂ ਦੇ ਪੇਟੋਂ ਪੈਦਾ ਹੋਇਆ ਸੀ। ਇਹੀ ਕਾਰਨ ਕਿ ਉਹ ਮੁਸਲਮਾਨ ਹੋ ਕੇ ਵੀ ਇਹੋ ਜਿਹੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਦਾ ਸੀ ਕਿ ਜਦੋਂ ਇਹ ਪੁੱਛਿਆ ਗਿਆ ਕਿ ਜਿਹੜੀ ਸਾੜ ਸਤੀ ਆਈ ਹੈ ਇਹ ਦੂਰ ਕਿਵੇਂ ਹੋਵੇਗੀ, ਤੇ ਨਜੂਮੀ ਨੇ, ਜੋਤਸ਼ੀ ਨੇ ਚੰਦੂ ਦੇ ਕਹਿਣ ਤੇ ਇਹ ਕਿਹਾ ਕਿ ਜੇ ਕੋਈ ਮਹਾਂਪੁਰਖ ਜਾ ਕੇ ਗਵਾਲੀਅਰ ਦੇ ਕਿਲੇ ਵਿੱਚ ਤੁਹਾਡੇ ਨਾਮ ਦੀ ਮਾਲਾ ਫੇਰੇ, ਜਪ ਕਰੇ, ਕੁਝ ਸਮਾਂ ਉੱਥੇ ਰਹਿ ਕੇ ਬੰਦਗੀ ਕਰੇ, ਤੇ ਤੁਹਾਡੀ ਇਹ ਜਿਹੜੀ ਸਾੜ ਸਤੀ ਹੈ ਕੱਟੀ ਜਾ ਸਕਦੀ ਹੈ। ਚੰਦੂ ਦਾ ਯਤਨ ਸੀ ਵੀ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ ਤੇ ਫਿਰ ਮੈਂ ਕਿਸੇ ਵੀ ਵਜ਼ੀਰ ਅਮੀਰ ਨੂੰ ਗੁਰੂ ਹਰਗੋਬਿੰਦ ਸਾਹਿਬ ਬਾਰੇ ਚੇਤਾ ਕਰਾਉਣ ਤੋਂ ਇਨਕਾਰ ਕਰ ਦੇਵਾਂਗਾ ਵੀ ਜਦੋਂ ਕਿਤੇ ਵੀ ਗੱਲ ਚੱਲੇ ਸਰਕਾਰੀ ਦਰਬਾਰੇ ਤੁਸੀਂ ਹੋਰ ਪਾਸੇ ਜਹਾਂਗੀਰ ਨੂੰ ਲਾ ਲੈਣਾ, ਕਿਉਂਕਿ ਰਾਜੇ ਮਹਾਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ, ਇਹਨਾਂ ਦੇ ਆਪਣੇ ਕੰਨ ਨਹੀਂ। ਇਹ ਕੇਵਲ ਕਈ ਕਹਾਈ ਸੁਣੀ ਸੁਣਾਈ ਗੱਲ ਤੇ ਅਮਲ ਕਰਦੇ ਨੇ। ਜੇ ਕਿਤੇ ਇਹ ਆਪ ਵਿਚਾਰ ਕਰ ਲੈਣ ਤੇ ਅੱਜ ਮਨੁੱਖਤਾ ਦੇ ਉੱਪਰ ਜਿਹੜੇ ਉਪਦਰਵ ਹੋ ਰਹੇ ਨੇ ਇਹਨਾਂ ਤੋਂ ਬਚਿਆ ਜਾ ਸਕਦਾ, ਜਾਂ ਫਿਰ ਮੰਤਰੀ ਸਲਾਹਕਾਰ ਜਿਹੜੇ ਨੇ ਉਹ ਚੰਗੇ ਹੋਣ। ਹੁਣ ਜਦੋਂ ਚੰਦੂ ਨੇ ਯਤਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਬਿਲਕੁਲ ਭੇਜਣ ਦੀ ਤਿਆਰੀ ਕੀਤੀ ਗਈ, ਔਰ ਕਾਨੂੰਨਨ ਤੌਰ 'ਤੇ ਵੀ ਇਹ ਉਹਨੇ ਸਮਝਿਆ ਵੀ ਸਾਡਾ ਹੱਕ ਬਣਦਾ ਵੀ ਜਦੋਂ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਲਈ ਚੰਦੂ ਨੇ ਉਤਸ਼ਾਹਤ ਕੀਤਾ ਸੀ, ਉਦੋਂ ਇਹ ਵੀ ਹੁਕਮ ਕਰਾ ਲਿਆ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਸਾਰਾ ਮਾਲ ਸਬਾਬ ਜਿਹੜਾ ਉਹ ਜ਼ਬਤ ਕਰ ਲਿਆ ਜਾਵੇ। ਉਸੇ ਕਾਨੂੰਨ ਦੇ ਮੁਤਾਬਕ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ। ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਸ ਗੁਰੂ ਘਰ ਦਾ ਇਹ ਸਿਧਾਂਤ ਹੈ ਕਿ ਜੈ ਬੈਸਾਲੈ ਤੈਂ ਬੈਸਾਂ ਸੁਆਮੀ, ਜੈ ਭੇਜੈ ਤੈਂ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਜੇ ਸੁੱਖ ਵਾਲੀ ਥਾਂ ਤੇ ਤਾਂ ਵੀ ਰੱਬ ਨਾਲ ਹੈ, ਜੇ ਦੁੱਖ ਦੀ ਘੜੀ ਹੈ ਤੇ ਗੁਰੂ ਘਰ ਦਾ ਸਿਧਾਂਤ ਹੈ
ਵੀ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਉਹ ਨਾਲ ਹੈ। ਤੇ ਜਦੋਂ ਪਰਮੇਸ਼ਰ ਨਾਲ ਹੈ ਤੇ ਫਿਰ ਕਿਸੇ ਤਰ੍ਹਾਂ ਦਾ ਵੀ ਦੁੱਖ ਜਿਹੜਾ ਉਹ ਦੁਖੀ ਨਹੀਂ ਕਰਦਾ। ਉਸ ਦੁੱਖ ਦੇ ਵਿੱਚੋਂ ਵੀ ਇੱਕ ਅਲੌਕਿਕ ਸੁੱਖ ਜਿਹੜਾ ਉਹ ਪ੍ਰਾਪਤ ਹੁੰਦਾ। ਹੁਣ ਜਿਸ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ, ਉੱਥੇ ਸਿਆਸੀ ਤੌਰ 'ਤੇ ਜਿਨ੍ਹਾਂ ਰਾਜਿਆਂ ਨਾਲ ਰੰਜਿਸ਼ ਸੀ ਨਾ, ਉਹ ਪਕੜ ਕੇ ਉੱਥੇ ਕੈਦ ਕੀਤੇ ਹੋਏ ਸਨ। ਤੇ ਇਤਿਹਾਸ ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਕੋਈ ਵੀ ਰਾਜਾ ਜਿਉਂਦਾ ਉੱਥੋਂ ਰਿਹਾ ਹੋ ਕੇ ਵਾਪਸ ਨਹੀਂ ਸੀ ਆਉਂਦਾ। ਅੱਜ ਵੀ ਗਵਾਲੀਅਰ ਦੇ ਕਿਲੇ ਵਿੱਚ ਲਾਈਟ ਐਂਡ ਸਾਊਂਡ ਰਾਹੀਂ ਦਿਖਾਇਆ ਜਾਂਦਾ ਹੈ, ਇਤਿਹਾਸ ਦੱਸਿਆ ਜਾਂਦਾ ਹੈ ਕਿ ਜਹਾਂਗੀਰ ਦਾ ਹੁਕਮ ਸੀ ਕਿ ਇਹਨਾਂ ਰਾਜਿਆਂ ਨੂੰ ਭੋਜਨ ਦੇ ਵਿੱਚ ਹਲਕਾ ਹਲਕਾ ਜ਼ਹਿਰ, ਹਲਕਾ ਹਲਕਾ ਕੱਚ ਪੀਸ ਕੇ ਖਵਾਇਆ ਜਾਵੇ ਵੀ ਇੱਥੇ ਮਰ ਮੁੱਕ ਜਾਣ, ਕਦੇ ਰਿਹਾ ਹੋ ਕੇ ਵਾਪਸ ਨਾ ਜਾਣ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਪਹੁੰਚੇ, ਤੁਸੀਂ ਇਤਿਹਾਸ ਸਰਵਣ ਕਰ ਰਹੇ ਸੀ, ਦਰੋਗਾ ਹਰੀਦਾਸ ਜਿਹੜਾ ਸਾਰੀ ਅੰਦਰ ਦੀ ਗੱਲ ਨੂੰ ਸਮਝਦਾ ਸੀ ਕਿ ਚੰਦੂ ਕਦੇ ਜ਼ਹਿਰ ਅਲੂਦ ਪੋਸ਼ਾਕ ਭੇਜ, ਕਦੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੀਵਨ ਲੀਲਾ ਨੂੰ ਖਤਮ ਕਰਵਾਉਣ ਦੇ ਕੋਝੇ ਚਾਲ ਚੱਲ ਸਕਦਾ ਹੈ। ਉਹ ਸਾਰੀ ਬਾਹਰ ਦੀ ਰਿਪੋਰਟ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਿਆ ਕਰਦਾ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਕਿਹਾ ਹੋਇਆ ਸੀ ਵੀ ਸਾਡੇ ਸਿੱਖ ਕਿਰਤ ਕਰਕੇ ਜਿਹੜਾ ਲੰਗਰ ਲਿਆ ਕੇ ਸਾਨੂੰ ਛਕਾਉਣਗੇ ਅਸੀਂ ਉਹ ਛਕਿਆ ਕਰਾਂਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰੱਬੀ ਰਜਾ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ, ਕਿਉਂਕਿ ਹੁਣੇ ਸਟੇਟ ਸਕੱਤਰ ਸਾਹਿਬ ਨੇ ਕਿਹਾ ਵੀ ਇਹ ਤਾਂ ਇੱਕ ਬਹਾਨਾ ਸੀ। ਸਤਿਗੁਰੂ ਜੀ ਨੇ ਤਾਂ ਜਿਹੜੇ ਉੱਥੇ ਬੰਦੀ ਰਾਜੇ ਸਨ ਉਹਨਾਂ ਨੂੰ ਮੁਕਤ ਕਰਵਾ ਕੇ ਦੱਸਣਾ ਸੀ ਕਿ ਗੁਰੂ ਪਰਉਪਕਾਰ ਕਰਨ ਵਾਸਤੇ ਜੇ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਚਿੱਕੜ ਦੇ ਵਿੱਚ ਲੋਟਾ ਸੁੱਟ ਕੇ ਕਹਿੰਦੇ ਨੇ ਲੋਟਾ ਬਾਹਰ ਕੱਢੋ, ਤੇ ਭਾਈ ਲਹਿਣਾ ਜੀ ਬਿਨਾਂ ਝਿਜਕ ਚਿੱਕੜ ਵਿੱਚ ਛਾਲ ਮਾਰ ਕੇ ਲੋਟਾ ਬਾਹਰ ਕੱਢ ਲਿਆਉਂਦੇ ਨੇ। ਦੱਸ ਦਿੱਤਾ ਵੀ ਜੇ ਕਿਸੇ ਨੂੰ ਚਿੱਕੜ ਵਿੱਚੋਂ ਕੱਢਣਾ ਹੋਵੇ ਤੇ ਚਿੱਕੜ ਵਿੱਚ ਛਾਲ ਮਾਰਨੀ ਪੈਂਦੀ ਹੈ। ਜੇ ਕਿਸੇ ਨੂੰ ਅੱਗ ਵਿੱਚ ਸਾੜਨ ਤੋਂ ਬਚਾਉਣਾ ਹੋਵੇ ਤੇ ਅੱਗ ਦਾ ਸੇਕ ਸਹਾਰਨ ਲਈ ਅੱਗ ਵਿੱਚ ਕੁੱਦਣਾ ਹੀ ਪੈਂਦਾ। ਪਰ ਫਰਕ ਹੈ ਕਿ ਇੱਕ ਚਿੱਕੜ ਵਿੱਚ ਡਿੱਗਿਆ ਤੇ ਦੂਜਾ ਚਿੱਕੜ ਵਿੱਚੋਂ ਕੱਢਣ ਲਈ ਚਿੱਕੜ ਵਿੱਚ ਛਾਲ ਮਾਰ ਰਿਹਾ, ਦੋਵਾਂ ਵਿੱਚ ਫਰਕ ਹੈ। ਇਸ ਕਰਕੇ ਗਰੀਬ ਨਵਾਜ਼ ਜੀ ਨੇ ਇੱਕ ਬਹਾਨਾ ਸੀ, ਦੱਸਣਾ ਸੀ ਸੰਸਾਰ ਨੂੰ ਕਿ ਜਿਹੜਾ ਵੀ ਗੁਰੂ ਦੇ ਲੜ ਲੱਗੇਗਾ, ਗੁਰੂ ਦਾ ਪੱਲਾ ਪਕੜੇਗਾ, ਉਹ ਗਵਾਲੀਅਰ ਦੀ ਕੈਦ ਕੀ ਉਹ ਤੇ ਜਮਾਂ ਦੀ ਕੈਦ ਤੋਂ ਮੁਕਤ ਹੋਵੇਗਾ। ਜਿੰਨੇ ਵੀ ਬੰਧਨ ਨੇ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਗੁਰੂ ਦੇ ਪਰਉਪਕਾਰਾਂ ਵਿੱਚੋਂ ਇੱਕ ਪਰਉਪਕਾਰ ਇਹ ਵੀ ਹੈ ਕਿ ਬੰਧਨ ਕਾਟ ਮੁਕਤ ਗੁਰ ਕੀਆ। ਗੁਰੂ ਬੰਧਨ ਕੱਟ ਕੇ ਸਾਨੂੰ ਮੁਕਤ ਕਰਦਾ। ਇੱਧਰ ਜਹਾਂਗੀਰ ਜਿਹੜਾ ਠੀਕ ਹੋਣ ਦੀ ਬਜਾਏ ਨਿਤਾ ਪ੍ਰਤੀ ਉਹਨੂੰ ਇੰਜ ਲੱਗ ਰਿਹਾ ਸੀ ਵੀ ਜਿਵੇਂ ਮੈਨੂੰ ਇਹ ਦੁੱਖ ਜਿਹੜਾ ਹੋਰ ਸਤਾ ਰਿਹਾ, ਮੇਰੇ ਜੀਵਨ ਵਿੱਚ ਦੁੱਖ ਹੋਰ ਵੱਧ ਰਹੇ ਨੇ। ਇਤਿਹਾਸ ਵਿੱਚ ਐਸਾ ਜ਼ਿਕਰ ਵੀ ਤੁਸੀਂ ਸੁਣਿਆ ਕਿ ਉਹਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਸਨ। ਕਈ ਵਾਰ ਉਹ ਦਿੱਲੀ ਛੱਡ ਕੇ ਆਗਰੇ ਦੀ ਧਰਤੀ 'ਤੇ ਜਾ ਕੇ ਸੌਂਦਾ, ਅੱਬੜਵਾਏ ਪਲੰਘ ਤੋਂ ਥੱਲੇ ਡਿੱਗਦਾ, ਇੰਜ ਲੱਗਦਾ ਉਹਨੂੰ ਵੀ ਜਿਵੇਂ ਰਾਤ ਨੂੰ ਕੋਈ ਮੁੱਕੀਆਂ ਮਾਰਦਾ, ਕੋਈ ਛਾਤੀ 'ਤੇ ਚੜ੍ਹਦਾ, ਦਬਾਅ ਪੈਂਦਾ, ਉਹਨੂੰ ਇੰਜ ਲੱਗਦਾ ਵੀ ਜਿਵੇਂ ਕੋਈ ਮੇਰੀ ਗਰਦਨ ਨੂੰ ਦੱਬ ਰਿਹਾ। ਤੇ ਗੁਰਬਾਣੀ ਵਿੱਚ ਇਸ ਅਟੱਲ ਸੱਚਾਈ ਨੂੰ ਵਰਣਨ ਕੀਤਾ ਵੀ ਜਿਹੜਾ ਬੰਦਾ ਪਾਪੀ ਹੈ ਨਾ, ਉਹ ਪਾਪਾਂ ਦੇ ਬੋਝ ਹੇਠ ਦੱਬਿਆ ਡਰਦਾ ਹੈ। ਉਹਦੀ ਹਾਲਤ ਬਣ ਜਾਂਦੀ ਹੈ ਪਾਸ਼ਾ ਬਾਗ ਡਰਾਵਣੋ ਆਗੈ ਅਗਨ ਤਲਾਓ। ਉਹ ਇਵੇਂ ਡਰਦਾ ਵੀ ਜਿਵੇਂ ਪਛਾਣ ਨੂੰ ਵੇਖੇ ਤੇ ਉਹਨੂੰ ਇੰਜ ਲੱਗਦਾ ਵੀ ਜਿਵੇਂ ਡਰਾਉਣਾ ਬਾਗ ਮੂੰਹ ਖੋਲ ਕੇ ਮੈਨੂੰ ਖਾਣ ਲਈ ਆ ਰਿਹਾ। ਤੇ ਜੇ ਉਹ ਡਰਾਉਣੇ ਬਾਗ ਤੋਂ ਬਚਣ ਲਈ ਅੱਗੇ ਤੁਰੇ ਤੇ ਇੰਜ ਲੱਗਦਾ ਵੀ ਜਿਵੇਂ ਅੱਗੇ ਅੱਗ ਦਾ ਤਲਾਬ ਹੈ ਤੇ ਜੇ ਮੈਂ ਗਾਂਹ ਗਿਆ ਤੇ ਅੱਗ ਦੇ ਤਲਾਬ ਵਿੱਚ ਸੜ ਕੇ ਮਰ ਜਾਵਾਂਗਾ। ਇਹ ਜਦੋਂ ਬੰਦਾ ਪਾਪ ਕਰਦਾ, ਜ਼ੁਲਮ ਕਰਦਾ ਨਾ, ਤੇ ਉਹਨੂੰ ਇੰਜ ਲੱਗਦਾ ਵੀ ਜਿੱਧਰ ਵੀ ਵੇਖੇ ਉਹਨੂੰ ਉਹਦੇ ਪਾਪ ਕਰਮ ਹੀ ਡਰਾਉਂਦੇ ਨੇ। ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਧਾਣੀਆਂ ਤਿਉ ਮੱਥੇ ਧਰਮ ਰਾਏ। ਜਦੋਂ ਸਾਈਂ ਮੀਆਂ ਮੀਰ ਨਾਲ ਵਿਚਾਰ ਹੋਈ, ਕਹਿਣ ਲੱਗੇ ਮੇਰੇ ਕੋਲ ਮਨ ਦੀ ਸ਼ਾਂਤੀ ਨਹੀਂ, ਤੇ ਸਾਈਂ ਮੀਆਂ ਮੀਰ ਨੇ ਉਸ ਵੇਲੇ ਖਰੇ ਬੋਲ ਕਹੇ ਸਨ ਕਿ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ 'ਤੇ ਬਿਠਾਉਣ ਵਾਲਿਆ, ਤੈਨੂੰ ਸ਼ਾਂਤੀ ਕਿੱਥੇ ਮਿਲਣੀ ਹੈ। ਕਹਿਣ ਲੱਗੇ ਉਦੋਂ ਨਾ ਦੱਸਿਆ, ਕਹਿੰਦੇ ਮਨ ਦਾ ਕੌਣ ਸੀ। ਅੱਜ ਵੀ ਕਈ ਵਾਰ
ਆਪਾਂ ਕਹਿੰਦੇ ਨਾ ਵੀ ਸਿੱਖ ਰਾਜ ਕਿਵੇਂ ਗਿਆ, ਜੋ ਕੁਝ ਉਦੋਂ ਹੋ ਰਿਹਾ ਸੀ ਵਜ਼ੀਰ ਅਮੀਰ ਦੱਸ ਦਿੰਦੇ, ਤੇ ਅੱਜ ਕਿਹੜਾ ਇਹਨਾਂ ਨੂੰ ਕੋਈ ਦੱਸਣ ਵਾਲਾ ਤੇ ਨਾ ਕੋਈ ਸੁਣਦਾ। ਤੇ ਜਦੋਂ ਇਹ ਪਾਪ ਵੱਧਦੇ ਨੇ, ਉਹਨਾਂ ਪਾਪਾਂ ਕਰਕੇ ਜਿਹੜਾ ਰਾਜ ਭਾਗ ਮਨੁੱਖ ਨੂੰ ਚੰਗੇ ਕਰਮ ਕਰਕੇ ਮਿਲਿਆ ਹੁੰਦਾ, ਤਪੋਂ ਰਾਜ ਰਾਜੋ ਨਰਕ ਦਾਨੰਗ ਪਰਾ ਪੂਰਬੇਣ ਭੁਚੰਤੇ ਮਹੀਪ ਤੇ ਬਪਰੀਤ ਬੁੱਧਿੰ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਦੇ। ਸਾਈਂ ਮੀਆਂ ਮੀਰ ਕਹਿਣ ਲੱਗੇ ਅਜੇ ਵੀ ਸਮਝ, ਉਸੇ ਪੰਜਵੇਂ ਸਰੂਪ ਦੇ, ਉਸੇ ਹੀ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਦੇ ਰੂਪ, ਛੇਵੇਂ ਰੂਪ ਦੇ ਵਿੱਚ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਨੇ, ਉਹਨਾਂ ਨੂੰ ਰਿਹਾ ਕਰੋ। ਜਹਾਂਗੀਰ ਕਹਿਣ ਲੱਗਾ ਵੀ ਮੈਨੂੰ ਪਤਾ ਲੱਗਾ ਵੀ ਮੈਂ ਮੁਸਲਮਾਨ ਹੈ ਤੇ ਮੈਂ ਕਈ ਦਿਨ ਤੁਹਾਡੇ ਦਰਵਾਜ਼ੇ 'ਤੇ ਖੜੋ ਕੇ ਮੁੜ ਜਾਣਾ, ਤੁਸੀਂ ਦਰਵਾਜ਼ਾ ਨਹੀਂ ਖੋਲ੍ਹਦੇ, ਮੈਨੂੰ ਦਰਸ਼ਨ ਨਹੀਂ ਦਿੰਦੇ, ਪਰ ਤੁਸੀਂ ਪਹਿਲਾਂ ਗੁਰੂ ਅਰਜਨ ਦੇਵ ਜੀ ਤੇ ਹੁਣ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਆਸਥਾ ਰੱਖਦੇ ਹੋ ਕਾਰਨ। ਤੇ ਉਦੋਂ ਸਾਈਂ ਮੀਆਂ ਮੀਰ ਨੇ ਕਿਹਾ ਸੀ ਜਹਾਂਗੀਰ ਸੁਣ, ਜਿੰਨੇ ਅਸੀਂ ਪੀਰ ਹਾਂ, ਚਾਹੇ ਛੋਟੇ ਹਾਂ ਚਾਹੇ ਵੱਡੇ ਹਾਂ, ਜਦੋਂ ਅਸੀਂ ਸਿਜਦੇ ਵਿੱਚ, ਜਦੋਂ ਅਸੀਂ ਨਮਾਜ਼ ਵਿੱਚ ਜੁੜਦੇ ਹਾਂ, ਜਦੋਂ ਨਮਾਜ਼ ਵਿੱਚ ਜੁੜ ਕੇ ਸਿਜਦਾ ਕਰਦੇ ਹਾਂ, ਤੇ ਜਿਸ ਖੁਦਾ ਦੇ, ਜਿਸ ਅੱਲਾਹ ਤਾਲਾ ਦੇ ਸਾਨੂੰ ਦਰਸ਼ਨ ਹੁੰਦੇ ਨੇ ਨਾ, ਹੈ ਤਾਂ ਉਹ ਕੇਵਲ ਨੂਰ। ਇਹ ਗੱਲ ਇਸਲਾਮ ਨੇ ਮੰਨੀ ਹੈ ਵੀ ਪਰਮਾਤਮਾ ਨੂਰ ਹੈ। ਇਸੇ ਕਰਕੇ ਜਦੋਂ ਇਸਲਾਮਕ ਭਾਸ਼ਾ ਵਿੱਚ ਭਗਤ ਕਬੀਰ ਜੀ ਨੇ ਸਿੱਖਿਆ ਦਿੱਤੀ, ਉੱਥੇ ਸ਼ਬਦ ਵਰਤੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਹਿਣ ਲੱਗੇ ਹੈ ਤਾਂ ਖੁਦਾ ਅੱਲਾਹ ਤਾਲਾ ਨੂਰ, ਪਰ ਜੇ ਤੇਰੇ ਵਰਗੇ ਬਾਦਸ਼ਾਹ ਨੂੰ ਅਸੀਂ ਸਮਝਾਉਣਾ ਹੋਵੇ, ਕੋਈ ਪ੍ਰੂਫ ਦੇਣਾ ਹੋਵੇ, ਕੋਈ ਸਬੂਤ ਦੇਣਾ ਹੋਵੇ ਵੀ ਇਸ ਦਿਸ ਦੇ ਸੰਸਾਰ ਵਿੱਚੋਂ ਦੱਸੋ ਵੀ ਜਦੋਂ ਤੁਸੀਂ ਸਾਰੇ ਪੀਰ ਨਮਾਜ਼ ਪੜ੍ਹ ਕੇ ਸਿਜਦੇ ਵਿੱਚ ਜੁੜਦੇ ਹੋ, ਜਿਸ ਅੱਲਾਹ ਤਾਲਾ ਦੇ ਦਰਸ਼ਨ ਕਰਦੇ ਹੋ, ਕਿਹਦੇ ਵਰਗਾ? ਤੇ ਸਾਈਂ ਮੀਆਂ ਮੀਰ ਨੇ ਕਿਹਾ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਵਰਗਾ। ਸਾਈਂ ਮੀਆਂ ਮੀਰ ਦੇ ਬੋਲ ਨੇ ਕਿ ਜਿਤਨੇ ਪੀਰ ਅਹਿ ਹਮ ਸਾਰੇ, ਛੋਟੇ ਕੇ ਵੱਡੇ ਅਜਮਤ ਧਾਰੇ, ਜਬ ਸਭ ਦਮ ਕਰਕੇ ਇੱਕ ਬਾਰ, ਪਹੁੰਚੇ ਜਾਏ ਖੁਦਾਏ ਦਰਬਾਰ, ਇसी सूरत को दर्शन करें अपर नहीं को दृष्टि धरें। ये जहांगीर दी बेगम नूर जहां ने भी कहा सी कि जे साक्षात अल्लाह ताला दा कोई रूप है तो वो गुरु हरगोबिंद साहब ने। जदों वजीर खां वर्गे मुसलमान जिन्हां ने सही सलाह मशवरा दिता तो जहांगीर तैयार हो गया कि गुरु हरगोबिंद साहब जी नूं ग्वालियर के किले विचों रिहा किया जाएगा। उधर जदों 52 राजियां नूं पता लगा, वो इकट्ठे हो के गुरु हरगोबिंद साहब महाराज जी दे कोल आए ते आके कहन लगे जे तुसी इत्थों चले गए सानू कौन रिहा करावेगा। गुरु हरगोबिंद साहब जी ने आप रिहा होण तो इनकार किया। कहन लगे 52 राजे रिहा होणगे ते असीं रिहा होवांगे। जहांगीर ने कहा भी जिन्ने राजे तुहाडे गल पाए हुए चोले दियां कलियां पल्ले पकड़ के बाहर निकल सकते ने उन्हें रिहा किए जाणगे। मेरे परोपकारी सतगुरु गुरु हरगोबिंद साहब महाराज जी ने हुक्म दे के 52 कलियां वाला एक चोगा तैयार करवाया तो हर कली एक तो वड्डी रखी गई ताकि अगे पिछे 52 राजे जिहड़े ने वो वख-वख कलियां नूं पकड़ के ग्वालियर के किले विचों रिहा हो सकन। इतिहास कहता है पैरां विच बेड़ियां, हत्थां विच हथ कड़ियां। ते जदों गुरु हरगोबिंद साहब महाराज जी ने 52 राजियां नूं ग्वालियर के किले विचों बाहर लिआंदा ते उत्थे हुक्म दिता कि हुण लोहार मिस्त्री बुला के छाणी ते हथोड़े नाल ये हथ कड़ियां, ये जिहड़ियां पैरां विच बेड़ियां ने, इन्हां संगलां नूं कटवा के इन्हां नूं मुक्ति दित्ती जावे। उस वेले कवि संतोख सिंह होना ने जिहड़े बोल लिखे मैं कह के समाप्ति करांगा। कवि संतोख सिंह जी लिखते ने सब के पग बंधन कटवाए, सारे राजियां दे पैरां विच पईयां बेड़ियां गुरु हरगोबिंद साहब जी ने लाहौर एक लोहार मिस्त्री नूं सद के हुक्म दिता भी ये बेड़ियां जिहड़ियां जंजीरां जिहड़ियां ने कटियां जाण। सब के पग बंधन कटवाए, होए निर्बंध मुक्त मोख पाए, जिम सिखन पर करना धारें, कर्म बंद तत छिन कट तारें,
ਤਿਮ ਸਤਗੁਰ ਦ੍ਰਿਸ਼ਟਾਂਤ ਦਿਖਾਇਓ, ਜੋ ਚੱਲ ਸਤਗੁਰ ਸ਼ਰਨੀ ਆਇਓ। ਹੋਏ ਨਿਰਬੰਧ ਮੁਕਤ ਮੋਖ ਪਾਏ, ਬੰਧਤ ਹੋਏ ਨਾ ਆਵੈ ਜਾਏ। ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੁਨੀਆ ਦੇ ਲੋਕੋ, ਉਹਨਾਂ ਰਾਜਿਆਂ ਦੇ ਪੈਰਾਂ ਵਿੱਚ ਬੇੜੀਆਂ, ਹੱਥਾਂ ਵਿੱਚ ਹੱਥ ਕੜੀਆਂ, ਜੰਜੀਰਾਂ ਕਟਵਾ ਕੇ ਉਹਨਾਂ ਰਾਜਿਆਂ ਨੂੰ ਰਿਹਾ ਕੀਤਾ, ਬੰਦੀ ਤੋਂ ਉਹਨਾਂ ਨੂੰ ਛਡਵਾਇਆ, ਉਹਨਾਂ ਨੂੰ ਮੁਕਤੀ ਦਿੱਤੀ। ਇਹ ਤਾਂ ਇੱਕ ਦ੍ਰਿਸ਼ਟਾਂਤ ਸੀ ਕਿ ਜਿਵੇਂ ਮੇਰੇ ਸਤਿਗੁਰੂ ਜੀ ਆਪਣੀ ਸ਼ਰਨ ਆਏ ਜਗਿਆਸੂ ਜਿਹੜੇ ਨੇ, ਉਹਨਾਂ ਦੇ ਕਰਮ ਬੰਧਨ ਕੱਟਦੇ ਨੇ, ਇਵੇਂ ਜਿਹੜਾ ਵੀ ਮੇਰੇ ਸਤਿਗੁਰੂ ਦੀ ਸ਼ਰਨ ਵਿੱਚ ਆਵੇਗਾ, ਸਤਿਗੁਰੂ ਦੇ ਪੱਲੇ ਲੱਗੇਗਾ, ਸਤਿਗੁਰੂ ਦਾ ਦਾਮਨ ਪਕੜੇਗਾ, ਅੰਚਲ ਪਕੜੇਗਾ, ਮੇਰੇ ਗਰੀਬ ਨਵਾਜ਼ ਜੀ ਉਹਨੂੰ ਸੰਸਾਰ ਦੀ ਕੈਦ ਤੋਂ ਮੁਕਤ ਕਰਾਉਣਗੇ। ਕਿਉਂਕਿ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਣਾ। ਇਵੇਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਬੰਦੀ ਛੋੜ ਦਾਤੇ ਬਣੇ। ਔਰ ਸਾਡੇ ਸਾਰਿਆਂ ਲਈ ਇੱਕ ਮਾਰਗ ਦਰਸ਼ਨ ਦਿੱਤਾ ਗੁਰੂ ਅਰਜਨ ਦੇਵ ਜੀ ਨੇ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਸਤਿਗੁਰੂ ਕਿਰਪਾ ਕਰਨ, ਗੁਰੂ ਜਿੱਥੇ ਚਲੀ ਗਈ ਅਵਸਥਾ ਨੂੰ ਵਾਪਸ ਮੋੜ ਕੇ ਲਿਆਉਣ ਵਾਲੇ ਨੇ। ਗਈ ਬਹੋੜ ਉੱਥੇ ਬੰਦੀ ਛੋੜ ਬੰਧਨਾਂ ਤੋਂ ਛਡਵਾਉਣ ਵਾਲੇ ਨੇ। ਉੱਥੇ ਨਿਰੰਕਾਰ ਦੁਖਦਾਰੀ, ਪਰਮੇਸ਼ਰ ਵਾਂਗ ਦੁੱਖਾਂ ਵਿੱਚ ਢਾਰਸ ਦੇਣ ਵਾਲੇ, ਸਹਾਰਾ ਦੇਣ ਵਾਲੇ ਨੇ। ਮੇਰੇ ਸਤਿਗੁਰੂ ਜੀ ਦੇ 400 ਸਾਲਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਜੋ ਪ੍ਰਬੰਧਕਾਂ ਵੱਲੋਂ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ, ਆਪ ਸਭ ਨੇ ਬੜੇ ਪਿਆਰ ਸਹਿਤ ਇੱਥੇ ਬੈਠ ਕੇ ਸਰਵਣ ਕੀਤਾ। ਅਗਲਾ ਜਥਾ ਬੜੇ ਹੀ ਪਿਆਰ ਸਹਿਤ ਆਪ ਜੀ ਨੂੰ ਗੁਰ ਇਤਿਹਾਸ ਸੁਣਾਉਣ ਲਈ ਇੱਥੇ ਪਹੁੰਚ ਗਿਆ। ਜਿਵੇਂ ਪਹਿਲੇ ਜਥੇ ਨੇ ਦੱਸਿਆ ਕਿ ਸਮੇਂ ਦੇ ਵਿੱਚ ਸਮਾਪਤੀ ਕਰਨੀ ਚਾਹੀਦੀ ਹੈ, ਦਾਸ ਵੀ ਸਮੇਂ ਦੇ ਵਿੱਚ ਰਹਿ ਕੇ ਸਮਾਪਤੀ ਕਰ ਰਿਹਾ। ਮੇਰੀਆਂ ਹੋਈਆਂ ਭੁੱਲਾਂ ਆਪ ਜੀ ਨੇ ਬਖਸ਼ ਦੇਣੀਆਂ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਅਗਲਾ ਪ੍ਰੋਗਰਾਮ ਆਪ ਜੀ ਸਟੇਜ 77 ਸਾਹਿਬ ਪਾਸੋਂ ਸਰਵਣ ਕਰੋ। ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।